ਸੱਭਿਆਚਾਰ ਬਾਰੇ ਕੁਝ ਕਹਿਣ ਤੋਂ ਪਹਿਲਾਂ ਸੱਭਿਆਚਾਰ ਦੀ ਪਰਿਭਾਸ਼ਾ ਸਾਂਝੀ ਕਰ ਲੈਣੀ ਜ਼ਰੂਰੀ ਹੈ ਕਿ ਮਨੁੱਖ ਜੋ ਕੁਝ ਵੀ ਆਪਣੀ ਸੋਚ, ਸਿਆਣਪ ਅਤੇ ਕਰ ਕਮਲਾਂ ਨਾਲ ਸਮਾਜ ਵਿੱਚ ਵਿਚਰਦਾ, ਸਿੱਖਦਾ, ਸਿਖਾਉਂਦਾ, ਸਿਰਜਦਾ ਜਾਂਦਾ ਹੈ, ਸੱਭਿਆਚਾਰ ਹੈ। ਇਸ ਨਾਤੇ ਸੱਭਿਆਚਾਰ ਵੀ ਜਿਉਂਦਾ ਜਾਗਦਾ ਸਾਹ ਲੈਂਦਾ ਹੋਇਆ ਮਨੁੱਖ ਵਾਂਗ ਹੀ ਵਿਕਾਸ ਜਾਂ ਵਿਨਾਸ਼ ਵੱਲ ਵੱਧਦਾ ਜਾਂਦਾ ਹੈ। ਇਹ ਵੀ ਸੱਚ ਹੈ ਕਿ ਭਾਸ਼ਾ ਅਤੇ ਸੱਭਿਆਚਾਰ ਦਾ ਨੌ ਮਾਸਾ ਰਿਸ਼ਤਾ ਹੈ। ਭਾਸ਼ਾਵਾਂ ਦੇ ਪਤਨ ਨਾਲ ਉਹਨਾਂ ਨਾਲ ਜੁੜੇ ਸੱਭਿਆਚਾਰ ਵੀ ਵਿਨਾਸ਼ ਹੋ ਜਾਂਦੇ ਹਨ, ਪਰ ਉਹ ਵੱਖਰਾ ਵਿਸ਼ਾ ਹੈ। ਅੱਜ ਦਾ ਉਹ ਟੌਪਿਕ ਦੇ ਘੇਰੇ ਵਿੱਚ ਨਹੀਂ। ਅੱਜ ਦੇ ਟੌਪਿਕ ਵੱਲ ਮੁੜਦਿਆਂ ਇਹ ਪੁੱਛਣਾ ਕਿ ਭਾਰਤੀ ਸੱਭਿਆਚਾਰ ਬਿਹਤਰ ਹੈ ਜਾਂ ਪੱਛਮੀ ਸੱਭਿਆਚਾਰ ਬਿਹਤਰ ਹੈ, ਜਾਇਜ਼ ਪ੍ਰਸ਼ਨ ਨਹੀਂ ਬਣਦਾ। ਪਹਿਲੀ ਗੱਲ ਤਾਂ ਇਹ ਹੈ ਕਿ ਭਾਰਤੀ ਸੱਭਿਆਚਾਰ ਵਿੱਚ ਵੀ ਅਨੇਕ ਸੱਭਿਆਚਾਰ ਹਨ, ਜਾਂ ਕਹਿ ਲਓ ਅਨੇਕ ਸੱਭਿਆਚਾਰਾਂ ਦੇ ਮਿਸ਼ਰਣ ਦੀ ਰੌਸ਼ਨ ਮਿਸਾਲ ਹੈ। ਇਸੇ ਤਰ੍ਹਾਂ ਪੱਛਮ ਵਿੱਚ ਅੰਗਰੇਜ਼ੀ, ਫ੍ਰੈਂਚ, ਜਰਮਨ ਆਦਿ ਦਾ ਮਿਸ਼ਰਣ ਹੈ। ਮੋਟੇ ਤੌਰ ਤੇ ਜੇ ਉਸ ਤਰ੍ਹਾਂ ਮੰਨ ਵੀ ਲਈਏ ਕਿ ਇੱਕ ਇੰਡੀਅਨ ਕਲਚਰ ਇੱਕ ਆ ਔਰ ਵੈਸਟਰਨ ਕਲਚਰ ਦੂਸਰਾ ਹੈ, ਜੇ ਉਸ ਤਰ੍ਹਾਂ ਮੰਨ ਵੀ ਲਈਏ ਤਾਂ ਮੁਕਾਬਲਾ ਕਰਨਾ ਇਸ ਲਈ ਵੀ ਜਾਇਜ਼ ਨਹੀਂ ਹੈ ਕਿਉਂਕਿ ਇਹ ਦੋਵੇਂ ਆਪਣੀ ਆਪਣੀ ਥਾਂ ਠੀਕ ਨੇ ਅਤੇ ਦੋਵੇਂ ਥਾਈਂ ਮਨੁੱਖ ਦੀ ਲੰਮੀ ਘਾਲਣਾ ਅਤੇ ਕਰ ਕਮਲਾ ਦੁਆਰਾ ਬਣਦੇ ਬਣੇ ਹਨ। ਮਨੁੱਖ ਵੱਲੋਂ ਸਿਰਜੇ ਹੋਣ ਕਰਕੇ ਦੋਵਾਂ ਵਿੱਚ ਕਮਜ਼ੋਰੀਆਂ ਵੀ ਸੁਭਾਵਿਕ ਹਨ, ਕਿਉਂਕਿ ਰੱਬ ਨੇ ਨਹੀਂ ਨਾ ਬਣਾਇਆ, ਇਹ ਮਨੁੱਖਾਂ ਨੇ ਬਣਾਇਆ। ਸੋ ਇਹਦੇ 'ਚ ਚੰਗੇ ਗੁਣ ਵੀ ਨੇ, ਇਹਦੇ 'ਚ ਕਮਜ਼ੋਰੀਆਂ ਵੀ ਨੇ। ਗਲੋਬਲ ਨੇੜਤਾ ਵਧਣ ਸਦਕਾ ਬਣ ਰਹੇ ਇਸ ਦੁਵੱਲੇ ਪੁਲ ਰਾਹੀਂ ਹੁਣ ਇਹ ਦੋਵੇਂ ਸੱਭਿਆਚਾਰ ਇੱਕ ਦੂਜੇ ਤੋਂ ਪ੍ਰਭਾਵਿਤ ਵੀ ਹੋ ਰਹੇ ਹਨ, ਇੰਡੀਅਨ ਕਲਚਰ ਐਂਡ ਵੈਸਟਰਨ ਕਲਚਰ, ਤੇ ਇੱਕ ਦੂਜੇ ਨੂੰ ਪ੍ਰਭਾਵਿਤ ਵੀ ਕਰ ਰਹੇ ਹਨ। ਲੱਗਦਾ ਹੈ ਅਕੋਰਡਿੰਗ ਟੂ ਸਰ ਐਡਵਰਡ ਬਰਨੇਟ ਟਾਇਲਰ, a renowned anthropologist, who said, and I quote, "Culture is that complex whole which includes knowledge, belief, art, law, morals, custom, and any other capabilities and habits acquired by humans as a member of society." End of quote. So culture human survival ਲਈ ਇੱਕ powerful tool ਹੈ, but it is a fragile phenomena. ਇਹ ਕੋਈ static ਜਾਂ ਪੱਕੀ ਚੀਜ਼ ਨਹੀਂ ਜਿਹੜਾ ਬਦਲਦਾ ਨਹੀਂ। It's a fragile phenomena which keeps constantly evolving with time and human conditions. ਅਮਰੀਕ ਸਿੱਧੂ ਜੀ, ਜਿਹੜਾ ਕਲਚਰ ਹੈਗਾ ਨਾ, ਜਦੋਂ ਅਸੀਂ ਕਹਿੰਦੇ ਆ ਸਾਡਾ ਈਸਟਰਨ ਕਲਚਰ ਤੇ ਵੈਸਟਰਨ ਕਲਚਰ, ਇਹਨਾਂ ਨੂੰ ਵਾਕਿਆ ਹੀ ਮੈਂ ਵੀ ਇਹਦੇ ਨਾਲ ਸਹਿਮਤ ਹੈ ਕਿ ਇਹਨੂੰ ਕੰਪੇਅਰ ਕਰਨ ਦੀ ਲੋੜ ਨਹੀਂ ਹੈ। ਦੋਨੋਂ ਕਲਚਰਾਂ ਦੇ ਵਿੱਚ ਚੰਗੀਆਂ ਚੀਜ਼ਾਂ ਹੈਗੀਆਂ, ਦੋਨਾਂ ਕਲਚਰਾਂ ਦੇ ਵਿੱਚ ਖਾਮੀਆਂ ਵੀ ਹੈਗੀਆਂ ਜਿਹੜੀਆਂ ਇੰਪਰੂਵ ਕੀਤੀਆਂ ਜਾ ਸਕਦੀਆਂ। ਇਹਦੇ ਵਿੱਚ ਅਸੀਂ ਕਿਉਂਕਿ ਈਸਟਰਨ ਕਲਚਰ ਵਿੱਚੋਂ ਆਏ ਆ, ਸਾਡੀ ਲਾਈਫ ਦਾ ਇੰਜੋਇਮੈਂਟ, ਸਵਾਦ ਸਾਨੂੰ ਉਹਦੇ ਵਿੱਚੋਂ ਆਉਂਦਾ। ਅਸੀਂ ਉਹਨੂੰ ਕੱਲੀ ਨੂੰ ਕਲਚਰ ਕਹਿ ਦਿੰਦੇ ਆ। ਉਹ ਅਸਲੀ ਦੈਟਸ ਨਾਟ ਅ ਹੋਲ। ਸਾਡਾ ਸਾਰਾ ਕਲਚਰ ਉਹੀ ਨਹੀਂ। ਜਿਹੜਾ ਸਾਡਾ ਕਲਚਰ ਅਸੀਂ ਉੱਥੋਂ ਲੈ ਕੇ ਆਏ ਆ, ਉਹਦੇ ਵਿੱਚ ਇੱਕ ਫੈਮਿਲੀ ਨੂੰ ਟੁਗੈਦਰ ਰੱਖ ਕੇ ਗਰੋ ਕਰਨ ਦਾ ਜਿਹੜਾ ਸਾਡਾ ਸੁਭਾਅ ਹੈ, ਇਹ ਬਹੁਤ ਫਾਇਦੇਮੰਦ ਹੈ। ਇਹਦੇ ਨਾਲ ਤੁਸੀਂ ਇੱਕ ਚੀਜ਼ ਨੂੰ ਐਲੀਮੀਨੇਟ ਕਰ ਦਿੰਦੇ ਆ ਕਿ ਜਿਹੜੀ ਇਸ ਵੇਲੇ ਤੁਸੀਂ ਦੇਖੋ ਇੱਥੇ ਵੈਸਟਰਨ ਕਲਚਰ ਦੇ ਵਿੱਚ, ਖਾਸ ਕਰਕੇ ਅਮਰੀਕਾ ਦੇ ਵਿੱਚ ਕਿੰਨੇ ਹੋਮਲੈਸ ਲੋਕੀ ਹੋਏ ਆ। ਇਹਦਾ ਮੇਨ ਰੀਜ਼ਨ ਇਹ ਆ ਕਿ ਜਿਹੜੀ ਫੈਮਿਲੀ ਜੁਆਇੰਟ ਨਹੀਂ ਰਹਿ ਗਈ। ਮਾਂ ਪੇ, ਬਾਬੇ ਦਾਦੀਆਂ, ਕੋਈ ਨਾਨੇ ਨਾਨੀਆਂ, ਕੋਈ ਉਹਨਾਂ ਦੀ ਸਪੋਰਟ ਨਹੀਂ ਕਰਦਾ। ਫਿਰ ਉਹ ਬੰਦੇ ਜਿਹੜੇ ਹੈਗੇ ਆ ਉਹ ਹੋਮਲੈਸ ਹੋ ਜਾਂਦੇ ਆ। ਜਦੋਂ ਸਿਆਣੇ ਹੋ ਜਾਂਦੇ, ਉਹਨਾਂ ਦੇ ਬੱਚੇ ਉਹਨਾਂ ਦੀ ਸਪੋਰਟ ਨਹੀਂ ਕਰਦੇ, ਉਹ ਵੀ ਹੋਮਲੈਸ ਹੋ ਜਾਂਦੇ ਆ। ਜਿਹੜਾ ਇਹਨਾਂ ਦੇ ਕਲਚਰ ਦੇ ਵਿੱਚ ਵੀ ਮੈਨੂੰ ਬਹੁਤ ਚੰਗੀਆਂ ਚੀਜ਼ਾਂ ਲੱਗਦੀਆਂ ਕਿ ਜਦੋਂ ਸਿਆਣੇ ਹੋ ਜਾਂਦੇ, ਤੁਸੀਂ ਬੱਚਿਆਂ ਨੂੰ ਪੜ੍ਹਾ ਦਿੰਦੇ ਆ, ਉਹ ਐਜੂਕੇਟਡ ਹੋ ਕੇ ਆਪਣੀ ਲਾਈਫ ਨੂੰ ਆਪਣੇ ਖਿਆਲ ਨਾਲ ਤੋਰਨ ਜੋਗੇ ਹੋ ਜਾਂਦੇ ਆ। ਅਸੀਂ ਫਿਰ ਵੀ ਉਹਨਾਂ ਨੂੰ ਪਿੱਛੇ ਨੂੰ ਖਿੱਚਦੇ ਆ ਵੀ ਤੂੰ ਮੇਰੇ ਨਾਲ ਹੀ ਜਿੱਦਾਂ ਮੈਂ ਕਹਿਣਾ ਉਦਾਂ ਕਰ, ਤੈਨੂੰ ਮੈਂ ਇੰਡੀਆ ਜਾ ਕੇ ਲਿਆ ਕੇ ਵਿਆਹ ਕੇ ਲਿਆਉਣਾ, ਉੱਤੋਂ ਤੈਨੂੰ ਮੁੰਡਾ ਲਿਆ ਕੇ ਦੇਣਾ, ਤੈਨੂੰ ਕੁੜੀ ਲਿਆ ਕੇ ਦੇਣੀ ਆ। ਅਸੀਂ ਉਹਨਾਂ ਨੂੰ ਪਿਛਾਂਹ ਨੂੰ ਖਿੱਚਦੇ ਆ। ਉਹ ਬਾਹਲਾ ਟਾਈਮ ਸਪੈਂਡ ਕਰਦੇ ਆ ਆਊਟਸਾਈਡ ਦਾ ਹੋਮ, ਉਹ ਉੱਥੇ ਉਹਨਾਂ ਨੂੰ ਵੈਸਟਰਨ ਕਲਚਰ ਖਿੱਚਦਾ। ਉਹ ਘਰ ਆਉਂਦੇ ਆ ਤਾਂ ਅਸੀਂ ਉਹਨਾਂ ਨੂੰ ਈਸਟਰਨ ਕਲਚਰ ਵੱਲ ਖਿੱਚਦੇ ਆ। ਮੈਨੂੰ ਲੱਗਦਾ ਕਿ ਸਾਨੂੰ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਹੁਣ ਇਸ ਦੇਸ਼ ਦੇ ਵਿੱਚ ਆ ਕੇ ਆਪਣੇ ਤੁਹਾਨੂੰ ਪਰ ਲੱਗ ਗਏ ਆ, ਗੋ ਐਂਡ ਫਲਾਈ ਆਊਟ ਫਰੋਮ ਦ ਨੈਸਟ, ਇੰਜੋਏ ਕਰੋ ਲਾਈਫ ਦੇ ਵਿੱਚ। ਲੈਂਗੁਏਜ ਜਿੰਨੀਆਂ ਵੀ ਜ਼ਿਆਦਾ ਆ ਜਾਣ ਉਨੀਆਂ ਹੀ ਚੰਗਾ। ਅਸੀਂ ਮੁੜ ਕੇ ਖਿੱਚ ਕੇ ਬੱਚਿਆਂ ਨੂੰ ਆਪਣੇ ਨੂੰ ਪਿੱਛੇ ਨੂੰ ਲਿਜਾਨੇ ਆ। ਈਸਟਰਨ ਕਲਚਰ ਦੇ ਵਿੱਚ ਉਹਨਾਂ ਨੇ ਨਹੀਂ ਜਾਣਾ, ਅਸੀਂ ਉਹਨਾਂ ਤੇ ਨਾਜਾਇਜ਼ ਸਿਰਦਰਦੀ ਉਹਨਾਂ ਦੀ ਵੀ ਤਾਂ ਆਪਣੀ ਵੀ ਖਰੀਦਦੇ ਆ।
ਵਿਨੋਦ ਜੀ। ਜਿਹੜਾ ਏਸ਼ੀਆ ਦਾ ਕਲਚਰ ਹੈ, ਅਗਰ ਤੁਸੀਂ ਚਾਈਨੀਜ਼ ਸੋਸਾਇਟੀ ਨੂੰ, ਜਾਪਾਨੀਆਂ ਨੂੰ, ਇੰਡੀਅਨਸ ਨੂੰ, ਇੱਕ ਕੰਪੋਜ਼ਿਟ ਕਲਚਰ ਹੈ। ਇਹ ਮੋਰ ਫੈਮਿਲੀ ਓਰੀਐਂਟਿਡ ਹੈ, ਮੋਰ ਫੈਮਿਲੀ ਸਪੋਰਟਿੰਗ ਹੈ। ਇਸ ਕਰਕੇ ਫੈਮਿਲੀ ਦਾ ਰੋਲ ਉਹਨਾਂ ਕੰਟਰੀਆਂ 'ਚ ਬਹੁਤ ਜ਼ਿਆਦਾ ਹੈ। ਸੈਕੰਡ ਪੁਆਇੰਟ ਇਹ ਹੈ ਕਿ ਜਿਹੜਾ ਵੈਸਟਰਨ ਕਲਚਰ ਹੈ, ਇਹਦੇ 'ਚ ਇੰਡੀਵਿਜੂਅਲਿਜ਼ਮ, ਇਹਦੇ 'ਚ ਵਾਇਲੈਂਸ, ਤੁਸੀਂ ਕਿਉਂਕਿ ਜਿਹੜਾ ਫਿਲਮ ਇੰਡਸਟਰੀ ਹੈ ਨਾ, ਇਹ ਬਹੁਤ ਵੱਡਾ ਮੇਜਰ ਕੰਪੋਨੈਂਟ ਹੈ ਕਲਚਰਲ ਦਾ, ਸਭ ਤੋਂ ਵੱਡਾ। ਲੈਂਗੁਏਜ ਮੇ ਬੀ ਲੈਸ, ਫਿਲਮ ਇੰਡਸਟਰੀ ਇਜ਼ ਅ ਮੇਜਰ ਕੰਪੋਨੈਂਟ ਇਨ ਕਲਚਰ। ਸੋ ਉਹਦੇ ਵਿੱਚ ਕੀ ਹੈ ਕਿ ਜਿਹੜਾ ਵੈਸਟਰਨ ਕਲਚਰ ਹੈ, ਇਹਦੇ ਵਿੱਚ ਤੁਹਾਨੂੰ ਵਾਇਲੈਂਸ, ਗਨ, ਕਿਲਿੰਗਸ, ਇਹਦਾ ਇਫੈਕਟ ਇੰਡੀਅਨ ਕਲਚਰ ਤੇ ਬਹੁਤ ਜ਼ਿਆਦਾ ਹੈ। If you see Indian films today, more affected by Western films. So ਉਹਦੇ ਨਾਲ ਫਿਰ ਕੀ ਸੋਸਾਇਟੀਆਂ ਦੇ ਨੀਚੇ ਜਿਹੜਾ ਗਰਾਊਂਡ ਤੇ ਇੰਪੈਕਟ ਪੈ ਰਿਹਾ। ਦੇਖੋ ਲੈਂਗੁਏਜ ਦਾ ਫੈਕਟ ਨਹੀਂ ਜ਼ਿਆਦਾ ਪੜਦਾ, ਬੰਦਾ ਅੰਗਰੇਜ਼ੀ ਪੜ੍ਹ ਰਿਹਾ, ਹਿੰਦੀ ਪੜ੍ਹ ਰਿਹਾ, ਪੰਜਾਬੀ ਪੜ੍ਹ ਰਿਹਾ, ਡਜ਼ ਨੋਟ ਮੈਟਰ। ਪਰ ਜਿਹੜੀ ਵੈਲਿਊ ਸਿਸਟਮ ਡਿਕੇ ਹੋਇਆ, ਔਰ ਸੈਕੰਡਲੀ ਕਿਉਂ ਹੋਇਆ? ਕਿਉਂਕਿ ਮੋਰ ਮਟੀਰੀਅਲ ਵੈਲਿਊਜ਼ ਡੋਮੀਨੈਂਟ ਹੈ ਅੱਜ ਦੇ ਗਲੋਬਲ ਵਰਲਡ 'ਚ। ਉਹਨੇ ਫਿਰ ਸਾਰੀਆਂ ਤੁਹਾਨੂੰ ਕਲਚਰਲ ਫਿਲਮ ਇੰਡਸਟਰੀ 'ਚ ਕਲਚਰ ਵੈਲਿਊਜ਼ ਉਹ ਹੀ ਦਿਖਾਣੀਆਂ ਜਿਹਦੇ ਵਿੱਚ ਤੁਸੀਂ ਮੋਰ ਮਨੀ ਓਰੀਐਂਟਿਡ ਬਣੋਗੇ। ਜਿਹੜੇ ਤੁਹਾਡੇ ਐਗਰੀਮੈਂਟ ਲਿਖਣ ਜਾਣਗੇ ਹਸਬੈਂਡ ਵਾਈਫ 'ਚ, ਉਹ ਮਨੀ ਦੇ ਹੋਣਗੇ। ਜਾਂ ਡਿਵੋਰਸ ਉਹਨਾਂ ਦਾ ਕਨਫਲਿਕਟ ਉਹ ਮਨੀ ਦੇ ਹੋਣਗੇ। ਸੋ ਅੱਜ ਦੇ ਵਰਲਡ ਦੇ ਅੰਦਰ ਜਿਹੜਾ ਵੈਸਟਰਨ ਕਲਚਰ ਨੇ, ਇਹਨਾਂ ਨੇ ਜਿਹੜੀ ਏਸ਼ੀਅਨ ਕਲਚਰਸ ਨੂੰ ਕਾਫੀ ਗੜਬੜ ਕਰਾਈ ਹੈ। ਉਹਦੇ ਵਿੱਚ ਸਾਡੀ ਵੀ ਵੈਲਿਊ ਸਿਸਟਮ ਬਹੁਤ ਘਟਿਆ। ਵਿਨੋਦ ਜੀ, ਨੈਗੇਟਿਵ ਕੀ ਆਪਣੇ ਕਲਚਰ 'ਚ? ਨੈਗੇਟਿਵ ਦੱਸ ਦਿਓ ਥੋੜਾ ਜਿਹਾ। ਨਹੀਂ, ਸਾਡੇ ਕੋਈ ਕਲਚਰ 'ਚ ਐਸਾ ਨੈਗੇਟਿਵ ਨਹੀਂ ਹੈ, ਕਿਉਂਕਿ ਅਸੀਂ ਅੱਛਾ, ਬਲਜਿੰਦਰ ਸਿੱਧੂ ਜੀ। ਹਾਂਜੀ, ਜਿਹੜਾ ਸਾਡਾ ਈਸਟਰਨ ਕਲਚਰ ਆ ਨਾ, ਇਹ ਪਹਿਲੀ ਗੱਲ ਇਹ ਪੁਰਾਣਾ ਕਲਚਰ ਹੈਗਾ। ਇਹਦੇ ਵਿੱਚ ਕਲਚਰ ਦੇ ਵਿੱਚ ਰਿਲੀਜਨ ਦਾ ਬੜਾ ਰੋਲ ਆ। ਜਿਹੜਾ ਵੈਸਟਰਨ ਕਲਚਰ ਦੇ ਵਿੱਚ ਰਿਲੀਜਨ ਦਾ ਇੰਨਾ ਰੋਲ ਨਹੀਂ ਹੈ। ਤੇ ਉਸ ਤੋਂ ਬਾਅਦ ਇਹ ਡਿਪੈਂਡ ਕਰਦਾ ਇਕਨੋਮਿਕ ਕੰਡੀਸ਼ਨ ਦੇ ਉੱਤੇ। ਜਿਸ ਤਰ੍ਹਾਂ ਆਪਣੇ ਕਲਚਰ ਦੇ ਵਿੱਚ ਇੱਕ ਦਲਾਨ ਦੇ ਵਿੱਚ ਸਾਰੀ ਫੈਮਿਲੀ ਸੌ ਜਾਂਦੀ ਸੀ, ਤੇ ਇਸ ਕਲਚਰ ਦੇ ਵਿੱਚ, ਵੈਸਟਰਨ ਕਲਚਰ 'ਚ, ਮਾਂ ਆਪਣੇ ਬੱਚੇ ਨੂੰ ਵੀ ਘਰ ਵਿੱਚ ਦੂਜੇ ਕਮਰੇ 'ਚ ਪਾ ਦਿੰਦੀ ਆ। ਸੋ ਦੇਰ ਇਜ਼ ਇਹ ਇਕਨੋਮਿਕ ਕੰਡੀਸ਼ਨਸ ਬਹੁਤ ਅਫੈਕਟ ਕਰਦੀਆਂ ਨੇ ਇਹਦੇ ਉੱਤੇ। ਤੇ ਇਸ ਕਰਕੇ ਹੁਣ ਕੀ ਹੋ ਰਿਹਾ ਕਿ ਸਾਡੀਆਂ ਜਿਹੜੀਆਂ ਫੈਮਿਲੀਜ਼ ਨੇ ਉਹ ਵੈਸਟਰਨ ਵੱਲ ਤਾਂ ਜਾ ਰਹੀਆਂ ਕਿਉਂਕਿ ਇਕਨੋਮਿਕ ਕੰਡੀਸ਼ਨਸ ਬੈਟਰ ਹੋ ਰਹੀਆਂ, ਤੇ ਉਹ ਇੰਡੀਵਿਜੂਅਲਿਟੀ ਜਿਹੜੀ ਆ ਉਹ ਅਡਾਪਟ ਕਰ ਰਹੀਆਂ ਨੇ। ਜੁਆਇੰਟ ਫੈਮਿਲੀ ਦੀ ਬਜਾਏ ਇੰਡੀਵਿਜੂਅਲਿਟੀ ਜਿਹੜੀ ਆ ਉਹ ਕਰ ਰਹੀਆਂ, ਤੇ ਕੰਜ਼ਿਊਮਰਿਜ਼ਮ ਵੱਧ ਰਿਹਾ। ਇਸ ਕਰਕੇ ਥੋੜਾ ਜਿਹੀ ਕੌਨਫਲਿਕਟ ਹੈਗੀ ਆ ਦੋਨਾਂ ਦੇ ਵਿੱਚ, ਕਿਉਂਕਿ ਜਿਹੜਾ ਬੰਦਾ ਦੋਨਾਂ ਦੇ ਵਿੱਚ ਆਪਾਂ ਆਪਰੇਟ ਕਰਦੇ ਆ, ਆਪਾਂ ਆਪਣੇ ਬੱਚਿਆਂ ਨੂੰ ਦੇਖਦੇ ਆ, ਕਈ ਚੀਜ਼ਾਂ ਜਿਹੜੀਆਂ ਉਹ ਜਦੋਂ ਟ੍ਰਾਂਜੀਸ਼ਨ 'ਚ ਜਾਂਦੀਆਂ ਨੇ ਦੂਸਰੇ ਪਾਸੇ ਨੂੰ, ਤਾਂ ਕਈ ਵਾਰੀ ਥੋੜੀ ਪ੍ਰੋਬਲਮ ਹੁੰਦੀ ਆ। ਪਰ ਲੇਕਿਨ ਐਜ਼ ਸੱਚ ਦੋਨੋਂ ਕਲਚਰਸ ਆਪਣੇ ਆਪ ਦੇ ਵਿੱਚ ਠੀਕ ਨੇ। ਪਰ ਇੱਕ ਡਿਸਟਿੰਕਸ਼ਨ ਮੈਂ ਨੋਟ ਕੀਤੀ ਆ ਕਿ ਜਿਸ ਤਰ੍ਹਾਂ ਹੁਣ ਕੋਵਿਡ ਆਇਆ, ਲੋਕੀ ਘਰਾਂ 'ਚ ਬਹਿ ਗਏ ਨੇ। ਜਿਹੜਾ ਸਾਡੇ ਈਸਟਰਨ ਕਲਚਰ ਦੇ ਵਿੱਚ ਜਿਹੜਾ ਰਿਲੀਜਨ ਦਾ ਰੋਲ ਆ, ਉਹਦੇ 'ਚ ਬੰਦਾ ਐਕਸੈਪਟੈਂਸ ਉਹਦੇ 'ਚ ਹੁੰਦੀ ਆ ਵੀ ਹਾਂ ਇਹ ਪ੍ਰਮਾਤਮਾ ਦੀ ਕਰਨੀ ਆ। ਜਿਹੜਾ ਵੈਸਟਰਨ ਕਲਚਰ 'ਚ ਆ, ਉਹਨਾਂ ਦੇ ਵਿੱਚ ਇਹ ਫੇਥ ਵਾਲੀ ਗੱਲ ਨਹੀਂ ਹੈ ਵੀ ਇਹ ਰੱਬ ਦੀ ਕਰਨੀ ਆ। ਉਹ ਕਹਿੰਦੇ ਵਾਈ ਇਜ਼ ਇਟ ਹੈਪਨਿੰਗ, ਤੇ ਉਹ ਪੈਸੀਫਾਈ ਨਹੀਂ ਕਰ ਸਕਦੇ ਆਪਣੇ ਆਪ ਨੂੰ। ਉਹ ਐਜ਼ ਅ ਰਿਜ਼ਲਟ ਉਹਨਾਂ ਦੇ ਮੈਂਟਲ ਕੰਡੀਸ਼ਨਸ ਕ੍ਰੀਏਟ ਹੋ ਜਾਂਦੀਆਂ ਨੇ, ਵਾਇਲੈਂਸ ਕ੍ਰੀਏਟ ਹੋ ਜਾਂਦਾ। ਜਿਹੜਾ ਇਹ ਹਰ ਇੱਕ ਚੀਜ਼ ਨੂੰ ਮਕੈਨੀਕਲੀ ਉਹਨੂੰ ਇਹ ਅਚੀਵ ਕਰਨਾ ਚਾਹੁੰਦੇ ਆ, ਜਾਂ ਜੇ ਨਹੀਂ ਅਚੀਵ ਕਰਦੇ ਤਾਂ ਅਪਸੈਟ ਹੋ ਜਾਂਦੇ ਆ। ਥੈਂਕ ਯੂ ਜੀ। ਜੋ ਸੰਧੂ ਜੀ, ਤੁਹਾਡਾ ਟੌਪਿਕ ਸ਼ੁਰੂ ਹੋ ਗਿਆ। ਹਾਂਜੀ। ਪਹਿਲਾਂ ਤਾਂ ਜੀ ਆਪਣਾ ਇੰਡੀਅਨ ਕਲਚਰ ਜਿਹੜਾ ਨਾ, ਇਸ ਬੇਸਡ ਔਨ ਮੈਨੀ ਥਿੰਗਸ। ਤੇ ਅਸੀਂ ਬਹੁਤੀ ਸਾਡੀ ਸੁਸਾਇਟੀ ਜਿਹੜੀ ਆ ਨਾ ਜੀ, ਉਹ ਹੁਣ ਵੈਸਟਰਨ ਕਲਚਰ ਪਿਕਅਪ ਕਰੀ ਜਾ ਰਹੀ। ਇੰਡੀਆ 'ਚ ਵੀ ਆਲ ਓਵਰ ਆ ਜਿਹੜੀ ਟੈਕਨੋਲੋਜੀ ਆਈ ਆ, ਉਹਦੇ ਨਾਲ ਕਈ ਕੁਛ ਉਹ ਜਾਣਨ ਲੱਗ ਪਏ ਆ। ਅਸੀਂ ਤਾਂ ਇੱਥੇ ਸ਼ੁਰੂ ਤੋਂ ਕਈ 50 ਸਾਲ ਤੋਂ ਰਹਿੰਦੇ ਹਾਂ, ਤੇ ਸਾਨੂੰ ਤਾਂ ਇਹਦਾ ਨੌਲੇਜ ਹੋ ਗਿਆ ਵੀ ਅਸੀਂ ਕਹਿੰਦੇ ਹਾਂ ਵੀ ਜਿਹੜੀ ਸੁਸਾਇਟੀ 'ਚ ਅਸੀਂ ਰਹਿੰਦੇ ਹਾਂ ਉਹਦੇ ਨਾਲ ਸਾਨੂੰ ਜ਼ਿਆਦਾ ਅਕੁਆਇੰਟਡ ਹੋ ਕੇ ਚੱਲਣਾ ਪੈਂਦਾ ਰੈਦਰ ਦੈਨ ਇੰਡੀਅਨ ਕਲਚਰ ਔਰ ਇੰਡੀਅਨ ਸੁਸਾਇਟੀ। ਬਟ ਜਦੋਂ ਅਸੀਂ ਇੰਡੀਆ ਜਾਂਦੇ ਹਾਂ
same way we are, get acquainted with that situation, and we enjoy probably better than ever we enjoyed when we were there. देखो जी, ਜਿਹੜੀ US society ਹੈ ਨਾ ਜੀ, is built on a diversity of ethnic groups and cultures that have helped to shape up the values of Americans. Those cultures came from Europe, because European are the first one came to America. Eastern and Western culture of community or nations depends on the surroundings, the values and beliefs that they live in. But Western culture ta more liberal, independent, and I think that's culture we are trying to learn, Okay, and we still learning. thank you. That's all I'm going to say at this time. ਸਾਡੀਆਂ ਅਰੇਂਜ ਮੈਰਿਜ ਦੇ ਵਿੱਚ ਅਸੀਂ ਬਲੀਵ ਕਰਦੇ ਰਹੇ ਹੁਣ ਤੱਕ, ਜਦ ਕਿ ਹਜੇ ਵੀ ਲੋਕ ਕਰਦੇ ਨੇ। ਜਿਹੜਾ ਕਿ ਸਭ ਤੋਂ ਬੰਦੇ ਨੂੰ ਚੈਲੰਜ ਮਿਲਦਾ, ਉਹ ਸਾਡੇ ਬੱਚੇ ਵੀ ਚੈਲੰਜ ਦੇ ਵਿੱਚ ਸਾਨੂੰ ਕੰਪਰੋਮਾਈਜ਼ ਨਹੀਂ ਸੀ ਨਾ ਸਾਡੇ ਨਾਲ ਕਰਦੇ। ਤੋ ਇਸ ਕਰਕੇ ਉਹ ਵੀ ਸਾਨੂੰ ਚੈਲੰਜ ਹੋਇਆ ਹੈਗਾ, ਕਿਉਂਕਿ ਇਹ ਲੋਕ ਡੇਟਾ ਡੂਟਾ ਲਾ ਕੇ ਲਵ ਮੈਰਿਜ ਦੇ ਹਿਸਾਬ ਨਾਲ ਕੰਮ ਕਰਦੇ ਆ। ਸਾਡੇ ਡਿਫਰੈਂਟ ਆ, ਕੋਈ ਬੁਰਕਾ ਪਾਉਂਦਾ, ਕੋਈ ਸਾੜੀ ਪਾਉਂਦਾ, ਕੋਈ ਪੱਗ ਬੰਨ੍ਹਦਾ, ਉਹ ਲੋਕਾਂ ਨੂੰ ਬੜਾ ਚੈਲੰਜ ਹੈਗਾ। ਲੈਂਗੁਏਜ ਆ, ਅਸੀਂ ਜਿੱਥੇ ਬੋਲਦੇ ਆ ਪੰਜਾਬੀ ਹਿੰਦੀ 'ਚ ਗੱਲਾਂ ਕਰਦੇ ਆ ਉੱਚੀ ਉੱਚੀ, ਇੱਧਰ ਉੱਧਰ ਲੋਕਾਂ ਨੂੰ ਫੀਲਿੰਗ ਹੁੰਦੀ ਆ ਵੀ ਇਹ ਕੀ ਕਰਦੇ ਫਿਰਦੇ ਆ, ਆਪਦੀ ਲੈਂਗੁਏਜ ਬੋਲਦੇ ਆ। ਵੀ ਹੈਵ ਚੈਲੰਜ ਸਮਟਾਈਮ, ਜਿੱਥੇ ਦੀ ਇੰਗਲਿਸ਼, ਸਪੈਨਿਸ਼, ਫ੍ਰੈਂਚ ਹੈਗੀ ਆ। ਓਕੇ, ਦੈਟਸ ਆਲਸੋ ਸਾਰੇ ਪਾਸੇ ਸਾਨੂੰ ਚੈਲੰਜ ਆ। ਫਿਰ ਅਸੀਂ ਜਦੋਂ ਆਪ ਗੱਲਾਂ ਕਰਦੇ ਆ, ਲੋਕ ਰਿਸ਼ਤੇਦਾਰ, ਫਰੈਂਡ, ਸਾਰੇ ਮੀਟਿੰਗਾਂ, ਸਾਡਾ ਕਲਚਰ ਬਹੁਤ ਚੰਗਾ ਹੈਗਾ, ਬਹੁਤ ਹੀ ਚੰਗਾ, ਬੜੀ ਅਸੀਂ ਐਪਰੀਸ਼ੀਏਟ ਕਰਦੇ ਆ। ਪਰ ਮੇਰੇ ਲਈ ਬਿਲਕੁਲ ਮੈਂ 100 ਚੋਂ 20 ਨੰਬਰ ਹੀ ਦਿੰਦਾ ਹੈਗਾ। ਕੋਈ ਕਲਚਰ ਚੰਗਾ ਨਹੀਂ ਜਦੋਂ ਅਸੀਂ ਸਾਰੀ ਚੀਜ਼ ਦੇ ਵਿੱਚ ਤਾਂ ਕਹਿੰਦੇ ਕੋਸ਼ਾਂ ਕਰਦੇ ਕੋਸ਼ਾਂ, ਜ਼ਿਆਦਾ ਫਿਰ ਉਹੀ ਕਰਨ ਨਾ ਤਾਂ ਸਵਾਦ ਆਉਂਦਾ। ਅਸੀਂ ਕਰਦੇ ਨਹੀਂ, ਦਿਖਾਵਾ ਅਸੀਂ ਜ਼ਿਆਦਾ ਕਰਦੇ ਹਾਂ, ਸਾਡੇ ਬੱਚੇ ਵੀ ਚੈਲੰਜ ਕਰਦੇ ਨੇ। ਹਰਭਜਨ ਸਮਰਾ। ਮੇਰੇ ਲਈ ਤਾਂ ਇਹ ਆ ਵੀ ਦੋਨੇ ਕਲਚਰ ਜਿਹੜੇ ਆ ਨਾ ਆਲ ਓਵਰ ਦਾ ਵਰਲਡ ਇਸ ਆਲਮੋਸਟ ਸੇਮ। ਇਟ ਆਲ ਜਿਹੜਾ ਇਹ ਡਿਪੈਂਡ ਕਰਦਾ ਵੀ ਤੁਹਾਡਾ ਇਕਨੋਮਿਕ ਹਾਲਤ ਜਦੋਂ ਬਦਲ ਜਾਂਦੇ ਆ ਤੇ ਤੁਹਾਡਾ ਕਲਚਰ ਵੀ ਚੇਂਜ ਹੋਣਾ ਸ਼ੁਰੂ ਹੋ ਜਾਂਦਾ। ਸਾਡੇ ਇੰਡੀਅਨ ਕਲਚਰ ਦੀ ਅਸੀਂ ਗੱਲ ਕਰਦੇ ਹਾਂ ਉਸ ਟਾਈਮ ਦੀ, ਜਦੋਂ ਸਾਰੀਆਂ ਫੈਮਲੀਆਂ ਇਕੱਠੀਆਂ ਰਹਿੰਦੀਆਂ ਸੀ, ਇੱਕ ਦੂਜੇ ਤੇ ਡਿਪੈਂਡ ਕਰਦੇ ਸੀ ਫੈਮਲੀ, ਪਰਿਵਾਰ। ਉਦੋਂ ਵੈਲਿਊਜ਼ ਹੋਰ ਸੀਗੀਆਂ। ਜਦੋਂ ਸਾਡੇ ਪਰਿਵਾਰਾਂ 'ਚ ਉੱਥੇ ਬੰਦੇ, ਸਪੋਜ਼ ਅਸੀਂ 5 ਭਰਾ ਆ, ਉਦੋਂ ਚੋਂ 1 ਜਾਂ 2 ਪੜ੍ਹ ਗਏ, ਦੂਜੀ ਫੈਮਲੀ ਦਾ ਜਿਹੜੇ ਪਿੱਛੇ ਰਹਿ ਗਈ ਉਹਨਾਂ ਦਾ ਵੱਖਰਾ ਹੋ ਗਿਆ, ਜਿਹੜੇ ਅੱਗੇ ਨਿਕਲ ਗਿਆ ਉਹਨਾਂ ਦਾ ਵੱਖਰਾ ਹੋ ਗਿਆ। ਉਸ ਤੋਂ ਬਾਅਦ 'ਚ ਅਸੀਂ ਅਮਰੀਕਾ ਆ ਗਏ ਜਾਂ ਹੋਰ ਕੰਟਰੀਆਂ 'ਚ ਆ ਗਏ, ਵੈਸਟਰਨ ਕਲਚਰ ਵਿੱਚ ਆ ਗਏ। ਇੱਥੇ ਆ ਕੇ ਵੀ ਜਾਤੀ ਦਾ ਅਸੀਂ ਗਰੀਬ ਸੀਗੇ ਤਾਂ ਅਸੀਂ ਇੱਕ ਦੂਜੇ ਦੀ ਹੈਲਪ ਕਰਦੇ ਰਹੇ। ਜਦੋਂ ਹੀ ਅਸੀਂ ਇੰਡੀਪੈਂਡੈਂਟ ਹੋਣ ਲੱਗੇ ਫਿਰ ਅਸੀਂ ਉਹ ਵੈਸਟਰਨ ਕਲਚਰ 'ਚ ਹੀ ਆ ਗਏ ਵੀ ਤੂੰ ਆਪਦੇ ਘਰ ਤੇ ਮੈਂ ਆਪਦੇ ਘਰ, ਕੋਈ ਨਾ ਲੋੜ ਪਊ ਤਾਂ ਆਵਾਜ਼ ਮਾਰਾਂਗੇ। ਪਤਾ ਨਹੀਂ ਕਿੰਨੇ, ਮੈਂ ਤਾਂ ਇਹ ਫੀਲ ਕੀਤਾ ਜਿਹੜਾ ਕਲਚਰ ਆ ਉਹ ਬੰਦੇ ਦੀ ਕਰਤੂਤ ਦੇ ਨਾਲ ਜੁੜਿਆ ਹੋਇਆ। ਜੇ ਤਾਂ ਤੁਸੀਂ ਵਧੀਆ ਕੰਮ ਕਰਦੇ ਆ, ਕਿਸੇ ਨੂੰ ਆਪਣੇ ਕੋਲ ਗੁਰਬਾਣੀ ਆ, ਕਿਸੇ ਕੋਲ ਬਾਈਬਲ ਆ, ਕਿਸੇ ਕੋਲ ਗੀਤਾ ਆ, ਜੇ ਤਾਂ ਅਸੀਂ ਉਹਦੇ ਬੇਸ ਦੇ ਉੱਤੇ ਚੀਜ਼ਾਂ ਨੂੰ ਮੰਨ ਲੈਂਦੇ ਆ ਤਾਂ ਇਹ ਸਾਡੇ ਲਈ ਸੌਖਾ ਹੋ ਜਾਂਦਾ ਜਰੀ। ਪਰ ਉਹ ਸਿਰਫ ਨਾਂ ਦੀਆਂ ਰਹਿ ਗਈਆਂ, ਉਹਨਾਂ ਤੇ ਐਕਟ ਕੋਈ ਨਹੀਂ ਕਰਦਾ। ਜੇ ਅਸੀਂ ਹੁਣ ਸਿੱਖ ਧਰਮ 'ਚ ਜਾਂਦੇ ਹਾਂ, ਉੱਥੋਂ ਹੀ ਇੱਕ ਬਾਣੀ ਦੀ ਤੁਕ ਲੈਂਦੇ ਹਾਂ। ਉਹਨਾਂ ਨੇ ਸੁਖਮਨੀ ਸਾਹਿਬ 'ਚ ਕਿਹਾ ਵੀ ਇਹ ਸਭ ਧਰਮ ਤੋਂ ਸ੍ਰੇਸ਼ਟ ਧਰਮ, ਜਪ ਹਰ ਨਾਮ ਨਿਰਮਲ ਕਰਮ। ਜਿਹੜਾ ਨਿਰਮਲ ਕਰਮ, ਜਿਹੜਾ ਪਹਿਲਾਂ ਲਾ ਲਓ ਤੁਸੀਂ ਵੀ ਉਹਨੂੰ ਨਾ ਸਮਝੇ ਕੋਈ, ਜਪ ਹਰ ਨਾਮ ਨੂੰ ਨਾ ਜਪੋ, ਪਰ ਜਿਹੜਾ ਨਿਰਮਲ ਕਰਮ ਆ, ਵਧੀਆ ਕਰਮ ਕਰਨਾ, ਉਹ ਤਾਂ ਸਾਰਿਆਂ ਦੇ, ਉਹ ਤਾਂ ਹਰ ਬੰਦਾ ਕਰ ਸਕਦਾ, ਜਿਹੜੇ ਮਰਜ਼ੀ ਕਲਚਰ ਦਾ ਹੋਵੇ, ਜਿਹੜੇ ਮਰਜ਼ੀ ਕੰਟਰੀ ਦਾ ਹੋਵੇ, ਜਿਹੜੇ ਮਰਜ਼ੀ ਰਿਲੀਜਨ ਦਾ ਹੋਵੇ, ਉਹ ਤਾਂ ਸਾਰਿਆਂ ਲਈ ਯੂਨੀਵਰਸਲ ਆ। ਪਰ ਕਿੰਨੇ ਕੁ ਬੰਦੇ ਉਹਨੂੰ ਕਰਦੇ ਆ, ਕਿੰਨੇ ਕੁ ਅਡਾਪਟ ਕਰਦੇ ਆ ਉਸ ਚੀਜ਼ ਨੂੰ, ਉਹਦੇ ਤੇ ਡਿਪੈਂਡ ਕਰਦਾ। ਜੇ ਸਾਰੇ ਬੰਦੇ ਚੰਗਾ ਕੰਮ ਕਰਦੇ ਤਾਂ ਉਹਨਾਂ ਦਾ ਇੱਕੋ ਹੀ ਕਲਚਰ ਬਣ ਜਾਂਦਾ ਵੀ ਉਹ ਚੰਗੇ ਬਣ ਗਏ। ਸੋ ਫਾਈਨਲੀ ਤਾਂ ਕਲਚਰ ਡਿਪੈਂਡਸ ਔਨ ਦਾ ਡਿਪੈਂਡੈਂਸੀ ਐਂਡ ਲਿਵਿੰਗ ਕੰਡੀਸ਼ਨ ਜਿਹੜੀਆਂ। ਹਾਲੇ ਵੀ ਜੇ ਆਪਾਂ ਕਰਤੂਤ ਦੇ ਹਿਸਾਬ ਨਾਲ ਫਰਕ ਦੇਖਦੇ ਹਾਂ ਤਾਂ ਫਰਕ ਹੈ ਨਹੀਂ। ਚੰਗੇ ਬੰਦੇ ਚੰਗੇ ਆ, ਮਾੜੇ ਮਾੜੇ ਆ। ਚੰਗੇ ਪਰਿਵਾਰ ਚੰਗੀਆਂ ਗੱਲਾਂ ਕਰਦੇ ਆ, ਮਾੜੇ ਜਿਹੜੇ ਉਹ ਮਾੜੀਆਂ ਕਰਦੇ ਆ। ਸੋ ਵੇਅਰ ਦੀ ਡਿਫਰੈਂਸ? ਓਕੇ ਹਰਭਜਨ, ਆਮ ਕਮਿੰਗ ਬੈਕ। ਹਰਭਜਨ ਨਾਲ ਮੈਂ ਕੁਛ ਸਹਿਮਤ ਹੈਗਾ। ਇਹਨੇ ਇੱਕ ਲਫ਼ਜ਼ ਬੜਾ ਵਧੀਆ ਬੋਲਿਆ ਸੀਗਾ ਕਿ ਕਰਤੂਤਾਂ, ਅਸੀਂ ਕਰਤੂਤਾਂ ਕੀ ਕਰਦੇ ਹਾਂ। ਕਰਤੂਤਾਂ ਦੇ ਨਾਲ ਤੁਹਾਡਾ ਸਾਹਮਣੇ ਮੂਹਰੇ ਸਾਰਾ ਕੁਝ ਆ ਜਾਂਦਾ,
ਇਹ ਤੁਹਾਨੂੰ ਮੰਨਣਾ ਪਏਗਾ। ਤੁਹਾਡੇ ਬੱਚੇ ਸਾਰੇ ਛੱਡ ਕੇ ਤੁਹਾਨੂੰ ਲੱਭਦੇ ਨਹੀਂ ਹੈ। ਅਸੀਂ ਬਥੇਰੇ ਉਹਨਾਂ ਜੂੜੇ ਬੰਨ ਕੇ ਗੁਰਦੁਆਰਿਆਂ ਚ ਜਾਂਦੇ ਰਹੇ ਹਾਂ। ਮੈਨੂੰ ਦੱਸੋ ਤਾਂ ਸਹੀ ਨਾ, ਜਿਹੜੇ 15 ਬੰਦੇ ਮੇਰੇ ਦੋਸਤ ਹੈਗੇ ਆ, ਇਹਨਾਂ ਦੇ ਬੱਚੇ ਜਾਂਦੇ ਆ ਗੁਰਦੁਆਰੇ, ਮੁੜ ਕੇ ਨਹੀਂ ਜਾਂਦੇ। ਪਸ਼ੌਰਾ ਸਿੰਘ ਜੀ ਤੇ ਆਵਾਜ਼ ਆਉਂਦੀ ਆ। ਪਸ਼ੌਰਾ ਸਿੰਘ ਜੀ। ਇੰਡੀਅਨ ਕਲਚਰ ਬਿਹਤਰ ਆ ਕਿ ਵੈਸਟਰਨ ਕਲਚਰ, ਕਿਉਂਕਿ ਇਹ ਦੋਵਾਂ ਦੀਆਂ ਡਾਇਨਾਮਿਕਸ ਹੋਰ ਨੇ, ਦੋਵਾਂ ਦੀਆਂ ਗਲੋਬਲ ਭੂਮਿਕਾ ਹੋ ਰਿਹਾ, ਔਰ ਇਹ ਜਿਹੜੀਆਂ ਥਾਵਾਂ ਤੇ ਉਤਪੰਨ ਹੋਏ ਨੇ ਉਹਨਾਂ ਵਾਸਤੇ ਵਧੀਆ ਨੇ। ਤੇ ਅਪਰਚੁਨਿਟੀ ਸਾਡੇ ਲਈ ਇਸ ਵੇਲੇ ਜਿਹੜਾ ਪੋਟੈਂਸ਼ੀਅਲ ਇਹ ਆ, ਬਜਾਏ ਇਹਦੇ ਕਿ ਨੈਗੇਟਿਵਿਟੀ ਵੱਲ ਜਾਈਏ, ਇੱਥੋਂ ਦੀਆਂ ਨੈਗੇਟਿਵਿਟੀ ਵੱਲ ਜਾਂ ਉੱਥੋਂ ਦੀਆਂ ਨੈਗੇਟਿਵਿਟੀਜ਼ ਨੂੰ ਲਈਏ, ਇਹਦੇ ਜਿਹੜੇ ਪੋਜ਼ਿਟਿਵ ਪੁਆਇੰਟਸ ਨੇ ਦੋਵਾਂ ਦੇ, ਜਿਹੜੇ ਚੰਗੇ ਸੂਝਵਾਨ ਲੋਕ ਨੇ ਜਾਂ ਐਜੂਕੇਸ਼ਨਿਸਟ ਨੇ, ਉਹ ਦਿਸ ਇਜ਼ ਵਾਟ ਦੇ ਵਿਲ ਬੀ ਡੂਇੰਗ ਔਰ ਦੇ ਆਰ ਡੂਇੰਗ ਇਟ। ਔਰ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੈਸਟਰਨ ਦੇ ਵਿੱਚੋਂ ਆਪਾਂ ਲੈ ਕੇ ਅਡਾਪਟ ਕੀਤੀਆਂ ਨੇ। ਇਸੇ ਤਰ੍ਹਾਂ ਹੀ ਇਹ ਜਿਹੜਾ ਕਲਚਰ ਹੈ, ਵੈਸਟਰਨ ਕਲਚਰ ਦਾ ਜਿਹੜਾ, ਇਹਨੇ ਵੀ ਬੜੀਆਂ ਚੀਜ਼ਾਂ, ਇਹ ਵੀ ਸਾਡੀਆਂ ਚੀਜ਼ਾਂ ਉਸ ਨੂੰ ਅਪਰੀਸ਼ੀਏਟ ਕਰਦਾ ਵੀ ਕਿਵੇਂ ਅਸੀਂ ਫੈਮਿਲੀ ਦਾ ਧਿਆਨ ਰੱਖਦੇ ਹਾਂ। ਮੇਰੇ ਇੱਥੇ, ਮੈਂ ਜਿਸ ਨੇਬਰਹੁੱਡ ਚ ਰਹਿੰਦਾ, ਇੱਥੇ ਸਾਰੇ ਗੋਰਿਆਂ ਦੀ ਆ, ਔਰ ਜਦੋਂ ਮੇਰੀ 98 ਸਾਲਾ ਮਾਂ ਨੂੰ ਇੱਥੇ ਵਹਿੰਦੇ ਆ ਬਾਹਰ ਤੁਰੀ ਫਿਰਦੇ ਨੂੰ ਜਾਂ ਸਾਡੇ ਨਾਲ, ਤੇ ਉਹ ਬੜੇ ਹੈਰਾਨ ਹੁੰਦੇ ਨੇ ਵੀ ਇਹ ਯਾਰ ਕਮਾਲ ਦੇ ਤੁਸੀਂ ਲੋਕ ਹੋ, ਕਿਸ ਤਰ੍ਹਾਂ ਸਾਰਾ ਪਰਿਵਾਰ ਤੁਸੀਂ ਆਪਣੀ ਮਾਤਾ ਨੂੰ ਤੁਸੀਂ 올ਡ ਏਜ ਹੋਮ ਚ ਕਿਉਂ ਨਹੀਂ ਛੱਡਿਆ, ਕਿਵੇਂ ਇਹਨਾਂ ਦਾ ਤੁਸੀਂ ਸਾਰਾ ਧਿਆਨ। ਸੋ ਉਹ ਚੀਜ਼ਾਂ ਅਪਰੀਸ਼ੀਏਟ ਕਰਦੇ ਨੇ। ਸੋ ਇੰਡੀਅਨ ਕਲਚਰ ਹੀ ਆ, ਵੈਸਟਰਨ ਕਲਚਰ ਵੈਸਟਰਨ ਕਲਚਰ ਹੀ ਆ। ਪਸ਼ੌਰਾ ਸਿੰਘ ਜੀ, ਅਸੀਂ ਸਿਰਫ ਆਪਣੀਆਂ ਚੰਗੀਆਂ ਗੱਲਾਂ ਦੱਸੀ ਜਾਣੀਆਂ, ਅਸੀਂ ਬਹੁਤ ਚੰਗੇ ਆ। ਅਮਰੀਕ ਸਿੱਧੂ ਜੀ, ਨੈਗੇਟਿਵ ਤਾਂ ਕਰਨੀਆਂ ਪੈਣਗੀਆਂ, ਤਾਂ ਹੀ ਸਾਡੇ ਲਰਨ ਕਰਨਗੇ। ਜਿਹੜੇ ਸਰਾਊਂਡਿੰਗ ਮੇਰੀਆਂ 100 ਫੈਮਲੀਆਂ ਬੈਠੀਆਂ ਨੇ, ਜੇ ਅਸੀਂ ਨਹੀਂ ਗੱਲ ਕਰਾਂਗੇ ਨੈਗੇਟਿਵ, ਤਾਂ ਅਸੀਂ ਇਹੀ, ਮੈਂ ਵੀ ਆਪਣੇ ਮਾਂ ਪਿਓ ਕੋਲੇ ਰੱਖੇ ਆ, ਕਿ ਸਾਨੂੰ ਕੋਈ ਰੱਖੇਗਾ ਕਹਾਂ ਵਾਸਤੇ, ਅਸੀਂ ਐਕਸਪੈਕਟ ਕਰਾਂਗੇ। ਗੱਲ ਤਾਂ ਸੋਚਣ ਵਾਲੀ ਇਹ ਹੈਗੀ ਆ। ਅਮਰੀਕ ਸਿੰਘ ਜੀ, ਅਮਰੀਕ ਸਿੱਧੂ ਜੀ। ਹਾਂਜੀ, ਦੇਖੋ, ਮੈਂ ਤਾਂ ਤੁਹਾਨੂੰ ਇੱਕ ਪ੍ਰੈਕਟੀਕਲ ਐਗਜ਼ਾਮਪਲ ਦਿੰਦਾ। ਤੁਸੀਂ ਹੁਣੇ ਦੱਸੀ ਆ ਕਿ ਤੁਹਾਡੀ 93 ਈਅਰ 올ਡ ਮਦਰ ਨੂੰ ਨਾਲ ਰੱਖਦੇ ਆ, ਉਹ ਇਹਨਾਂ ਨੂੰ ਬੜੀ ਚੰਗੀ ਲੱਗਦੀ ਆ। ਇੱਥੇ ਵੀ ਇਦਾਂ ਹੁੰਦਾ ਸੀ। ਸਾਡੇ ਹੈ ਸਾਰੇ ਜਿੱਦਾਂ ਤੁਸੀਂ ਕਰਦੇ ਇਦਾਂ ਨਹੀਂ ਕਰਦੇ। ਮੇਰੇ ਬੱਚੇ ਜਿਹੜੇ ਆ ਉਹ ਇਹ ਮੈਡੀਕਲ ਫੀਲਡ ਦੇ ਵਿੱਚ ਆ, ਉਹ ਦੇਖਦੇ ਆ ਕਿ ਕਿੱਦਾਂ ਸਾਡੇ ਲੋਕੀ ਆਪਣੇ ਐਲਡਰਸ ਪੇਰੈਂਟਸ ਨੂੰ ਅਬਿਊਜ਼ ਕਰਦੇ ਆ। ਉਹਨਾਂ ਦਾ ਫਾਈਨੈਂਸ਼ੀਅਲ ਬੈਨੀਫਿਟ ਲੈਂਦੇ ਆ ਔਰ ਉਹਨਾਂ ਨੂੰ ਦਿੰਦੇ ਕੁਛ ਨਹੀਂ। ਹਾਲੇ ਹੁਣ ਮੈਂ ਜਾਣਦਾ ਕਈ ਫੈਮਲੀਆਂ ਨੂੰ, ਉਹਨਾਂ ਦੇ ਬਜ਼ੁਰਗਾਂ ਨੂੰ ਮੈਂ ਜਾਣਦਾ, ਉਹਨਾਂ ਦੀ ਬੜੀ ਬੁਰੀ ਹਾਲਤ ਹੁੰਦੀ ਆ। ਉਹ ਸਾਡਾ ਕਲਚਰ ਆ, ਅਸੀਂ ਉਹ ਛੁਪਾਉਂਦੇ ਆ। ਉਹ ਸਾਡਾ ਕਲਚਰ ਦਾ ਪੋਰਸ਼ਨ ਜਿਹੜਾ ਉਹ ਚੰਗਾ ਨਹੀਂ। ਇਹਨਾਂ ਨੇ ਇਸ ਜਿਹੜੀ ਵੈਸਟਰਨ ਕਲਚਰ ਆ, ਉਹਨਾਂ ਨੇ ਇਹਦਾ ਇਲਾਜ ਕਰ ਦਿੱਤਾ ਕਿ ਇਹਨਾਂ ਨੂੰ ਹੋਮ ਦੇ ਵਿੱਚ ਪਾ ਦਿਓ। ਉੱਥੇ ਵੀ ਥੋੜੇ ਬਹੁਤੇ ਅਬਿਊਜ਼ ਹੁੰਦੇ ਆ, ਲੇਕਿਨ ਮੈਜੋਰਿਟੀ ਜਿਹੜੇ ਆ ਉਹ ਵੈਲ ਟੇਕਨ ਕੇਅਰ ਆਫ। ਸੋ ਕਲਚਰ ਦੇ ਵਿੱਚ ਜਿਹੜਾ ਸਾਡਾ, ਜੇ ਤੁਸੀਂ ਚੰਗਾ ਕਹੋ ਕਲਚਰ ਸਾਰਿਆਂ ਨੂੰ, ਤੇ ਮੈਂ ਇੱਕ ਇੱਥੇ ਗੱਲ ਕਹਿਣੀ ਚਾਹੁੰਦਾ ਸਾਰੀਆਂ ਗੱਲਾਂ ਦੇ ਸਿਰੇ ਤੇ, ਇੰਡੀਅਨ ਈਸਟਰਨ ਤੇ ਵੈਸਟਰਨ ਕਲਚਰ ਦੇ ਨਾਲੋਂ ਅਮਰੀਕਨ ਕਲਚਰ ਚੰਗਾ, ਕਿਉਂਕਿ ਇਹਦੇ ਵਿੱਚ ਸਾਰੇ ਹੀ ਕਲਚਰ ਆ ਗਏ, ਸਾਰੇ ਕਲਚਰ ਇਹਦੇ ਵਿੱਚ ਮਿਕਸ ਹੋ ਗਏ। ਇਸ ਕਰਕੇ ਦਿਸ ਇਜ਼ ਗੋਇੰਗ ਟੂ ਬੀ ਦ ਮਾਡਲ ਆਫ ਦ ਫਿਊਚਰ ਕਲਚਰਸ। ਇੱਥੇ ਹਰ ਇੱਕ ਐਥਨਿਸਿਟੀ ਹੈ, they are going to grow together, they're going to learn to live together. If they're not, they're going to have to. So my end view is that American culture is probably the best culture. If not now, it's going to be the best culture because it incorporates all the cultures. Okay, Vinod. ਕਿਉਂਕਿ ਲੋਕਾਂ ਉੱਥੇ ਛੱਡ ਦਿੰਦੇ ਨੇ, ਉਹ ਚਲੋ ਜੋ ਵੀ ਸਿਸਟਮ ਬਣਿਆ। So everything is not perfect in this system. Family support system is a must. ਜਿਹੜਾ ਇਹ ਕਿਉਂ ਲੋਕੀ ਛੱਡਦੇ ਨੇ, ਕਿਉਂਕਿ ਉਹ ਪੈਸੇ ਕਮਾਉਣ ਚ ਲੱਗੇ ਨੇ, ਮਟੀਰੀਅਲ ਜਿਹੜੀ ਵੈਲਿਊਜ਼ ਹੈ ਉਹ ਮੋਰ ਡੋਮੀਨੈਂਟ ਹੈ। ਸੈਕੰਡਲੀ, ਇੱਥੇ ਜਿਹੜਾ ਕਲਚਰ ਹੈ ਵੈਸਟਰਨ ਕਲਚਰ ਚ, ਵੈਸਟਰਨ ਫਿਲਮ ਇੰਡਸਟਰੀ ਮੋਰ ਬੱਚਿਆਂ ਦੇ ਇਫੈਕਟ ਕਰਦੀ ਹੈ। ਡਰੱਗਸ, ਵਾਇਲੈਂਸ, ਗਨ। ਜਿਸ ਤਰ੍ਹਾਂ ਵਿਨੋਦ ਜੀ ਉਹਨਾਂ ਨੇ ਕਿਹਾ ਵੀ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਉਹਨਾਂ ਦੇ ਮਾਂ ਪਿਓ ਨੂੰ ਛੱਡਣਾ, ਉਹਨਾਂ ਦੇ ਵਿੱਚ ਰੀਹੈਬਿਲਿਟੇਸ਼ਨ ਸੈਂਟਰ 'ਚ, ਉਹ ਵੀ ਚੰਗੀ ਗੱਲ ਨਹੀਂ, ਪਰ ਉਹ ਹਾਲਾਤਾਂ ਵਿੱਚੋਂ ਪੈਦਾ ਹੋਈ। ਜਦੋਂ ਬੱਚਿਆਂ ਨੇ ਉਹਨਾਂ ਦੀ ਟੇਕ ਕੇਅਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਲਈ ਚਲੋ ਕੁਛ ਨਾ ਕੁਛ ਜਗ੍ਹਾ ਤਾਂ ਬਣਾਤੀ ਨਾ, ਜਿੱਥੇ ਕਿਸੇ ਬੰਦੇ ਦਾ ਵੀ ਕੋਈ ਵੀ ਨਹੀਂ ਸਾਂਭਣ ਵਾਲਾ, ਉਹਨਾਂ ਨੂੰ ਉਹ ਸਾਂਭਦੇ ਆ। ਇਹ ਸਾਡੇ ਕਲਚਰ ਦੇ ਵਿੱਚ ਵੀ ਬਹੁਤ, ਜਿੱਦਾਂ ਅਮਰੀਕ ਸਿੰਘ ਉਹਨਾਂ ਨੇ ਕਿਹਾ ਕਿ ਬਈ ਉਹਨਾਂ ਦੇ ਉਹ ਸੋਸ਼ਲ, ਉਹਨਾਂ ਨੂੰ ਐਕਸਪਲੋਇਟ ਕਰਦੇ ਆ, ਉਹਨਾਂ ਦੇ ਪੈਸਿਆਂ ਨੂੰ, ਉਹਨਾਂ ਨੂੰ ਜੋ ਸੋਸ਼ਲ ਸਿਕਿਉਰਿਟੀ ਆਉਂਦੀ ਆ ਉਹ ਤਾਂ ਲੈ ਲੈਂਦੇ ਆ, ਪਰ ਬਾਕੀ ਦਾ ਜਿਹੜਾ ਉਹਨਾਂ ਨੂੰ ਸਜ਼ਾ ਦਿੰਦੇ ਆ। ਪਰ ਦੇ ਆਰ ਨਾਟ, ਹਰ ਇੱਕ ਨਹੀਂ ਏਦਾਂ ਹੈਗਾ। ਜਿੱਦਾਂ ਪਸ਼ੌਰਾ ਸਿੰਘ ਹੁਣਾਂ ਨੇ ਕਿਹਾ ਵੀ ਇਹਨਾਂ ਨੇ ਆਪਦੀ ਮਦਰ ਨੂੰ ਰੱਖਿਆ 98 ਈਅਰ ਤੇ, ਮੈਂ ਵੀ ਆਪਦੀ ਮਦਰ ਨੂੰ ਰੱਖਿਆ, ਬਟ ਮੇਰੀ ਮਦਰ ਨੂੰ ਰੱਖਣ ਕਰਕੇ
ਕਲਚਰਲ ਕਲੈਸ਼ ਇੱਥੇ ਹੋਇਆ ਕਿ ਮੇਰਾ ਡਿਵੋਰਸ ਹੋ ਗਿਆ। ਉਹ ਹਾਲਾਤ ਵੀ ਆਉਂਦੇ ਆ। ਹੁਣ ਬੰਦੇ ਦਾ ਕੀ ਸਟੈਪ ਆ, ਇੱਕ ਬੰਦਾ ਕਲਚਰ ਨੂੰ ਰੱਖਣਾ ਚਾਹੁੰਦਾ, ਦੂਜਾ ਬੰਦਾ ਕਲਚਰ ਤੋਂ ਭੱਜਣਾ ਚਾਹੁੰਦਾ। ਬਸ ਕੋਈ ਬੰਦਾ ਨਹੀਂ ਚਾਹੁੰਦਾ। I hope my wife is not listening. ਹਾਂਜੀ, I hope my wife is not listening. no Tushara Singh ji, time has changed. You are 50 years different. Okay. ਕਿੰਨੇ ਬੰਦੇ ਜਿਹੜੇ ਅੰਡਰ ਦਾ, ਕਿੰਨੇ ਬੰਦੇ ਜਿਹੜੇ ਗੱਲਾਂ ਛਪਾ ਰਹੇ ਆ, ਉਹ ਅੰਡਰ ਦਾ ਸ਼ੇਡ ਰਹਿ ਰਹੇ ਆ। ਵੇਖੋ ਸਮਰਾਜ ਜੀ, ਮੇਰਾ ਖਿਆਲ ਹੈ ਵੀ ਆਪਾਂ ਨੂੰ ਇੱਥੇ ਨਾ ਉਹ ਚੀਜ਼ਾਂ ਬਹੁਤ ਸਪਲੈਸ਼ ਕਰਨ ਦੀ ਲੋੜ ਨਹੀਂ। ਵਾਟ ਇਜ਼ ਗੁੱਡ ਇਨਫ ਇਜ਼ ਵੀ ਜਿਹੜੀਆਂ ਚੰਗੀਆਂ ਗੱਲਾਂ ਨੇ ਉਹਨਾਂ ਨੂੰ ਅਪਣਾਇਆ ਜਾਵੇ, ਜਿਹੜੀਆਂ ਨੈਗੇਟਿਵ ਨੇ ਉਹਦੇ 'ਚ ਆਪਾਂ ਡਿਟੇਲ 'ਚ ਜਾਵਾਂਗੇ ਤੇ ਉਹ ਤੇ ਇਟ ਇਜ਼ ਐਂਡਲੈਸ। ਜੀ ਇਟ ਇਜ਼ ਨਾਟ ਵਨ ਡਿਸਕਸ਼ਨ ਹੋਣੀ ਆ। ਤੁਸ਼ਾਰਾ ਸਿੰਘ ਜੀ, ਡਿਸਕਸ਼ਨ ਆਪਣੇ ਜਿਹੜੇ ਬੈਡ ਪੁਆਇੰਟ ਆ ਉਹ ਵੀ ਕੱਢਣੇ ਪੈਣੇ। ਠੀਕ ਹੈ, ਪਰ ਜੇ ਇਹਨੂੰ ਆਪਾਂ ਫਿਲੋਸੋਫਿਕ ਲੈਵਲ ਤੇ ਰੱਖੀਏ ਤੇ ਆਈ ਥਿੰਕ ਇਟ ਵਿਲ ਬੀ ਮੋਰ ਇਫੈਕਟਿਵ ਦੈਨ ਗੋਇੰਗ ਇਨਟੂ ਡੀਟੇਲ। ਇਫੈਕਟਿਵ ਜਦ ਤੱਕ ਪ੍ਰੈਕਟੀਕਲ ਲੈਵਲ ਤੇ ਨਹੀਂ ਜਾਂਦਾ, ਫਿਲਾਸਫੀ ਕਿੰਨਿਆਂ ਨੂੰ ਸਮਝ ਆਉਂਦੀ ਆ। ਫਿਲਾਸਫੀ ਥੋੜੇ ਬੰਦੇ ਸਮਝਦੇ ਆ, ਸਾਰਾ ਕੰਮ ਖਰਾਬ ਹੋ ਜਾਂਦਾ। ਉਹ ਤੋਂ ਬਾਅਦ ਫੇਰ ਤੇ ਮਾੜਾ ਕੀ ਆ, ਲੋਕਾਂ ਦੇ ਹੋਰ ਦਸਾਂ ਦੇ ਡਿਵੋਰਸ ਹੋ ਜਾਣਗੇ। ਅੱਛਾ ਜੋ ਸੰਧੂ ਜੀ, ਨਹੀਂ ਇਹ ਕਲਚਰ ਤਾਂ ਬੈਟਰ ਕਰਨ ਲਈ ਅਸੀਂ ਤਾਂ ਸਾਰੀ ਗੱਲਾਂ ਕਰ ਰਹੇ ਹਾਂ ਨਾ ਵੀ ਸਾਡਾ ਕਲਚਰ ਬੈਟਰ ਕਿੱਦਾਂ ਹੋ ਸਕਦਾ। ਸਾਡੀਆਂ ਕੁਝ, ਸਾਡੇ ਕੋਲ ਕੁਝ ਗੱਲਾਂ ਇੰਡੀਆ ਦੀਆਂ ਹੈਗੀਆਂ ਜਿਹੜੀਆਂ ਅਸੀਂ ਦੱਸ ਸਕਦੇ ਹਾਂ ਵੀ ਦੇ ਵਿਲ ਬੈਨੀਫਿਟ ਇਨ ਆਵਰ ਲਾਈਫ, ਤੇ ਕੁਝ ਅਸੀਂ ਇੱਥੋਂ ਸਿੱਖ ਲਈਆਂ ਜਿਹੜੀਆਂ ਸਾਡੀਆਂ ਜਾਨ ਸਪੋਰਟ ਕਰ ਰਹੀਆਂ, ਸਾਡੇ ਬੱਚਿਆਂ ਨੂੰ ਸਪੋਰਟ ਕਰ ਰਹੀਆਂ, ਸਾਡੇ ਪਰਿਵਾਰਾਂ ਨੂੰ ਸਪੋਰਟ ਕਰ ਰਹੀਆਂ। ਉਹ ਫਿਰ ਅਸੀਂ ਤਾਂ ਕਵਾਂਗੇ ਨਾ ਬਈ culture, every culture is a good culture, or you know take whatever is best for you. right ਬਲਜਿੰਦਰ। ਹਾਂਜੀ, ਐਕਚੁਅਲੀ ਹਰ ਇੱਕ ਬੰਦੇ ਦੇ ਕੋਲੇ ਜਿਹੜਾ ਪੁਆਇੰਟ ਥੋੜਾ ਜੇ ਆਪਾਂ ਜਮਾ ਕਰ ਲਈਏ ਬਹੁਤ ਚੰਗੇ ਇਕੱਠੇ ਵਧੀਆ ਪੁਆਇੰਟ ਹੋ ਜਾਂਦੇ ਆ। ਪਰ ਮੈਂ ਹੁਣ ਇਹ ਦੇਖ ਰਿਹਾ ਵੀ ਆਪਾਂ ਕਲਚਰ ਦੀ ਬਜਾਏ ਆਪਾਂ ਕਹੋ ਵੀ ਆਪਾਂ ਹੁਣ ਮਲਟੀ ਕਲਚਰ 'ਚ ਰਹਿੰਦੇ ਆ। ਸੋ ਹਰ ਇੱਕ ਕਲਚਰ ਇੱਕ ਦੂਜੇ ਤੋਂ ਲਰਨ ਕਰਦਾ ਤੇ ਬੈਟਰ ਹੁੰਦਾ, ਤੇ ਇਸੇ ਨੂੰ ਆਪਾਂ ਇਸ ਪੁਆਇੰਟ ਤੇ ਆਪਾਂ ਕੰਕਲੂਡ ਕਰਨਾ ਚਾਹੀਦਾ ਕਿ ਇਹਦੇ 'ਚ ਹੀ ਬੈਨੀਫਿਟ ਆ ਕਿ ਅਸੀਂ ਵੀ ਲਰਨ ਫਰਮ ਈਚ ਅਦਰਸ ਕਲਚਰ। ਬਾਕੀ ਮੇਰਾ ਤਾਂ ਐਗਰੀਕਲਚਰ ਹਿੰਦੂ ਕਮਿਊਨਿਟੀ ਹੈਗੀ ਆ, ਉਹਨਾਂ ਨੇ ਬੜੇ ਅਰੇਂਜਮੈਂਟ ਕਰ ਲਿਆ ਫਲੋਰੀਡਾ ਦੇ ਵਿੱਚ। ਇਸੇ ਕਰਕੇ ਕੀਤਾ ਹੈਗਾ ਉਹਨਾਂ ਨੇ 20 ਅਪਾਰਟਮੈਂਟਾਂ ਦਾ ਬਣਾ ਕੇ ਨਾ, ਉਹਨਾਂ ਨੇ ਬੜੇ ਸੋਹਣੇ ਬਣਾਏ ਆ। ਉੱਥੇ ਦਾਲ ਫੁਲਕਾ ਖਾਂਦੇ ਨੇ ਬਜ਼ੁਰਗ, ਇਕੱਠੇ ਗੱਲਾਂ ਕਰਦੇ ਨੇ, ਇੱਕ ਜਗ੍ਹਾ ਸੈਟਅਪ ਕਰਤਾ ਜਿਵੇਂ ਸਿਸਟਮ ਚੱਲਦਾ। ਅੱਛਾ, ਦੂਸਰੇ ਨੰਬਰ ਤੇ ਉਹਨਾਂ ਨੇ ਸੈਨ ਫਰਾਂਸਿਸਕੋ ਕਰਤਾ। ਉਹ ਗੱਲ ਤੁਸ਼ਾਰਾ ਸਿੰਘ ਜੀ, ਜਿਹੜੀ ਤੁਸੀਂ ਸਿਚੁਏਸ਼ਨ ਆ, ਮੈਂ ਤੁਹਾਡੀ ਵੋਟ ਦੇ ਵਿੱਚ ਮੈਂ ਵੀ ਸੀਗਾ ਲਾਈਫ ਦੇ ਵਿੱਚ, ਪਰ ਮੈਂ ਹਮੇਸ਼ਾ ਇਹ ਦੇਖਦਾ ਬੈਠਿਆ, ਮੇਰੇ ਦੋਸਤ ਬੈਠੇ ਆ, ਕਿ ਅਸੀਂ ਪ੍ਰੈਕਟੀਕਲੀ ਹੈਗਾ। ਮੈਂ ਵੀ ਆਪਦੇ ਮਾਂ ਪਿਓ ਕੋਲੇ ਰੱਖਿਆ, ਮੈਨੂੰ ਪਤਾ ਕਿ ਡਿਫੀਕਲਟੀ ਕੀ ਆਉਂਦੀਆਂ ਨੇ। ਅਸੀਂ ਤਾਂ ਸਟੋਰੇਟ ਕਰ ਲਿਆ, ਪਰ ਗਾਂ ਵਾਲੇ ਬੱਚੇ ਨਹੀਂ ਨਾ ਕਰ ਰਹੇ। ਸਾਡਾ ਅੱਗੇ ਡਿਫਰੈਂਸ ਆ ਬੱਚਿਆਂ ਨਾਲ। ਸੋ ਇਸ ਕਰਕੇ ਉਹਨੂੰ ਅਸੀਂ ਕੰਟਰੋਲ ਕਰਨ ਦੀ ਖਾਤਰ ਗਾਹਾਂ ਵਾਸਤੇ ਸਾਨੂੰ ਕੋਈ ਨਾ ਕੋਈ ਨੈਟਵਰਕ ਤੋਂ ਲਰਨ ਕਰਨਾ ਚਾਹੀਦਾ। ਦੇਖੋ ਜੀ, ਮੈਂ ਤੁਹਾਨੂੰ ਇੱਥੇ ਐਗਜ਼ਾਮਪਲ ਦਿੰਦਾ। ਮੈਂ ਹਰਭਜਨ ਸਮਰਾ ਦੇ ਨਾਲ ਬਹੁਤ ਚੰਗੀ ਤਰ੍ਹਾਂ ਸਹਿਮਤ ਹਾਂ। ਇਹਦੇ ਵਿੱਚ ਇੱਕ ਕੰਪੋਨੈਂਟ ਹੈ ਜਿਹੜੀ ਤੁਸੀਂ ਮਿਸ ਕਰ ਰਹੇ ਹੋ। ਮੈਂ ਵੀ ਆਪਣੇ ਮਾਂ-ਬਾਪ ਨੂੰ ਨਾਲ ਰੱਖਿਆ, ਗਰੇਵਾਲ ਸਾਹਿਬ ਨੇ ਵੀ ਆਪਣੇ ਮਾਂ-ਬਾਪ ਨੂੰ ਨਾਲ ਰੱਖਿਆ, ਤੁਸ਼ਾਰਾ ਸਿੰਘ ਜੀ ਨੇ ਆਪਣੇ ਮਾਂ-ਬਾਪ ਨੂੰ ਨਾਲ ਰੱਖਿਆ। ਇਹਦੇ ਵਿੱਚ ਯੂ ਨੋ ਵਾਈ ਮੈਂ ਆਪਣੇ ਬੱਚਿਆਂ ਦੇ ਨਾਲ ਨਹੀਂ ਰਹਿ ਰਿਹਾ। ਵਾਈ ਮੇਰੇ ਮਾਂ-ਬਾਪ ਆਏ 65 ਸਾਲ ਦੀ ਉਮਰ ਦੇ ਵਿੱਚ, ਮੈਂ ਆਇਆ ਸੀ 22-20 ਸਾਲ ਦੀ ਉਮਰ ਦੇ ਵਿੱਚ। ਮੇਰੇ ਕੋਲ ਆਪਣਾ ਮਕਾਨ ਆ, ਮੈਂ ਆਪਣੇ ਬੱਚਿਆਂ ਦੇ ਨਾਲ ਤਾਂ ਨਹੀਂ ਰੱਖ ਰਿਹਾ, ਮੇਰੇ ਬੱਚੇ ਮੈਨੂੰ ਤਾਂ ਨਹੀਂ ਰੱਖ ਰਹੇ। ਮੇਰੇ ਮਾਂ-ਬਾਪ ਜਿਹੜੇ ਆਏ ਉਹ ਐਲਡਰਲੀ ਆਏ, ਉਹਨਾਂ ਨੂੰ ਰੱਖਣਾ ਪਿਆ। We liked it, we didn't mind, we enjoyed it, it was nice, but because they don't have a place to live, ਉਹਨਾਂ ਨੂੰ ਇੱਥੋਂ ਦੀ ਗਵਰਨਮੈਂਟ ਸਪੋਰਟ ਕਰਦੀ ਆ, ਇਹ ਕਲਚਰ ਇਹਨਾਂ ਦਾ ਉਹਨਾਂ ਨੂੰ ਬੈਨੀਫਿਟ ਦਿੰਦਾ। ਪਰ ਵਧੀਆ ਗੱਲ ਹੈ ਫਿਰ ਇਹਨਾਂ ਕੋਲੋਂ ਸਿੱਖੀਏ ਆਪਾਂ, ਤੇ ਇਹ ਗੱਲ ਇਹਨਾਂ ਕੋਲੋਂ ਸਿੱਖ ਲਈਏ। There is nothing wrong about it. ਇਹ ਜਿਹੜੀ ਗੱਲ ਹੈ ਨਾ, ਇਹ ਜਿਹੜੀ ਗੱਲ ਹੈ, ਇਟਸ ਇੰਪੋਰਟੈਂਟ ਕਿ ਜਿਹੜੇ ਸਾਡੇ 올ਡ ਪੇਰੈਂਟਸ ਹੈਗੇ ਆ, ਉਹ ਕਈ ਦਫਾ ਤੁਹਾਡੀ ਲਾਈਫ ਦੇ ਵਿੱਚ ਇੰਟਰਫੇਅਰ ਕਰਦੇ ਆ। ਦੈਟਸ ਨਾਟ ਅ ਗੁੱਡ ਥਿੰਗ। ਇਹਦੇ ਨਾਲ ਤੁਹਾਡਾ ਬਹੁਤ ਨੁਕਸਾਨ ਹੋ ਜਾਂਦਾ। ਉਹ ਉਹਨਾਂ ਲਈ ਬਹੁਤ ਇੱਕ ਜੰਪ ਹੁੰਦਾ, ਕਲਚਰ ਸ਼ੌਕ ਹੁੰਦਾ, ਇੱਕ ਕਲਚਰ ਚੋਂ ਦੂਸਰੇ ਚ ਜਿਸ ਲਈ ਆਉਂਦੇ ਆ। ਇਟਸ ਅ ਟੋਟਲ ਸ਼ੌਕ ਟੂ them and they can't handle it. ਸਾਨੂੰ ਮੈਂ ਦੇਖੋ ਗੈਰੀ ਜੀ, ਜਿਹੜੀ ਤੁਸੀਂ ਗੱਲ ਕਹਿੰਦੇ ਹੋ ਉਹ ਤੁਸੀਂ ਤਾਂ ਕਹਿ ਰਹੇ ਹੋ ਕਿਉਂਕਿ ਤੁਸੀਂ ਆਪਣੇ ਸਾਡੇ ਵਿੱਚ ਰਹਿੰਦੇ ਹੋ, ਤੁਹਾਨੂੰ ਇਸ ਅੰਦਰਲੀਆਂ ਗੱਲਾਂ ਦਾ ਪਤਾ। ਇਹ ਗੱਲਾਂ ਸਾਰੇ ਸੁਸਾਇਟੀਆਂ 'ਚ ਹੀ ਨੇ।
ਤੁਸੀਂ ਜਿਹੜੇ ਨੂੰ ਮਰਜ਼ੀ ਲੈ ਲਓ, ਸਾਰੇ ਹੀ ਅੰਦਰੋਂ ਇਉਂ ਕਰਦੇ ਨੇ। ਹਾਂ ਕਿਉਂਕਿ ਅਸੀਂ ਜਿਉਂ ਦੂਸਰੇ ਕਲਚਰਾਂ ਦੇ ਵਿੱਚ ਅਸੀਂ ਮਲਟੀ ਕਲਚਰ ਸੁਸਾਇਟੀ 'ਚ ਰਹਿੰਦੇ ਆ, ਅਸੀਂ ਲਗਾਤਾਰ ਸਾਡਾ ਇਵੋਲਵਿੰਗ ਸਿਚੁਏਸ਼ਨ ਆ, ਲਗਾਤਾਰ ਚੇਂਜ ਹੋ ਰਹੇ ਆ, ਲਗਾਤਾਰ ਪੇਰੈਂਟਸ ਦੀ ਬੱਚਿਆਂ ਦੀਆਂ ਕੰਡੀਸ਼ਨਸ ਬਦਲੀ ਹੋ ਰਹੀਆਂ ਨੇ। ਇਕਨੋਮਿਕ ਕੰਡੀਸ਼ਨ ਦੇ ਉੱਤੇ ਜਿਹੜਾ ਅਸੀਂ ਗੱਲ ਅੱਗੇ ਕੀਤੀ ਸੀ ਕਿ ਉਹ ਇਕਨੋਮਿਕ ਕੰਡੀਸ਼ਨ ਦੇ ਉੱਤੇ ਇਹ ਬਹੁਤ ਡਿਪੈਂਡ ਕਰਦਾ, ਆਫ ਕੋਰਸ ਸਾਈਕੋਲੋਜੀਕਲੀ ਇਫੈਕਟ ਕਰਦਾ, ਜਿਵੇਂ ਆ ਅਮਰੀਕ ਸਿੰਘ ਹੋਣਾ ਨੇ ਕਿਹਾ। ਸੋ ਇਹ ਇਟਸ ਅ ਵੈਰੀ ਕੰਬੀਨੇਸ਼ਨ ਆਫ ਮੈਨੀ ਫੈਕਟਰਸ ਇਹਦੇ ਵਿੱਚ। ਸਾਡਾ ਕਲਚਰ ਬਹੁਤ ਚੰਗਾ। ਅਮਰੀਕ ਜੀ, ਅਸੀਂ ਟੂ ਫੇਸਿਸ ਹੈਗੇ ਆ, ਕਦੇ ਕਦੇ ਕੰਮ ਕਰਦੇ ਆ, ਇਹ ਬੱਚੇ ਵੀ ਕਹਿੰਦੇ ਆ, ਮੈਨੂੰ ਕਦੇ ਮੈਨੂੰ ਜਵਾਬ ਨਹੀਂ ਦਉਂਦਾ, ਮੈਨੂੰ ਦੱਸ ਦਿਓਗੇ ਕਿ ਵੀ ਇਹ ਟੂ ਫੇਸਿਸ ਦੇ ਕੰਮ ਅਸੀਂ ਜ਼ਿਆਦਾ ਹੀ ਕਰਦੇ ਆ ਕੁਝ? ਸਾਡਾ ਕਲਚਰ, ਮੈਂ ਕਦੇ ਇਹ ਕਹਿਣ ਨੂੰ ਤਿਆਰ ਨਹੀਂ ਹੈਗਾ ਕਿ ਸਾਡਾ ਕਲਚਰ ਵੈਸਟਰਨ ਕਲਚਰ ਨਾਲੋਂ ਚੰਗਾ ਨਹੀਂ, ਸੌਰੀ। ਸਾਡਾ ਕਲਚਰ ਦੇ ਵਿੱਚ ਵੀ ਬਹੁਤ ਖਾਮੀਆਂ ਹਨ। ਜਿਹੜਾ ਸਾਡਾ ਦੇਸ਼ ਆ, ਜਿੱਥੋਂ ਅਸੀਂ ਆਏ ਆ, ਉਹਦੀ ਜਿਹੜੀ ਇਕਨੋਮਿਕ ਕੰਡੀਸ਼ਨ ਹੈਗੀ ਆ, ਇਟਸ ਬਿਕੋਜ਼ ਆਫ ਆਰ ਕਲਚਰ। ਸਾਡੇ ਕਲਚਰ ਕਰਕੇ ਉਹ ਇਹਨਾਂ ਹਾਲਤਾਂ ਦੇ ਵਿੱਚ ਆ। ਇੰਡੀਆ ਦੇ ਕੋਲ ਐਵਰੀ ਟਾਈਪ ਦੇ ਰਿਸੋਰਸਸ ਹੈਗੇ ਆ, ਪਰ ਉਹਦਾ ਕਲਚਰ ਦੇ ਵਿੱਚ ਇੰਨੀਆਂ ਖਾਮੀਆਂ ਕਿ ਉਹਨਾਂ ਨੂੰ ਉਹ ਪ੍ਰਫੁੱਲਤ ਹੋਣ ਹੀ ਨਹੀਂ ਦਿੰਦਾ। ਜੋ ਉਹੀ ਲੋਕੀ ਇੰਡੀਆ ਵਿੱਚੋਂ ਉੱਠ ਕੇ ਇੱਥੇ ਆ ਜਾਂਦੇ ਤਾਂ ਬੜੇ ਕਾਮਯਾਬ ਹੋ ਜਾਂਦੇ ਆ। ਉਹੀ ਲੋਕੀ ਉਹ ਇੱਥੇ ਜਾ ਕੇ ਫੇਰ ਉੱਥੇ ਦਿਆਂ ਦੀ ਫੇਰ ਹੈਲਪ ਕਰਦੇ ਆ, ਉਹ ਫੇਰ ਵੀ ਉਹਨਾਂ ਦੇ ਨਾਲ ਹੇਰਾ ਫੇਰੀ ਕਰਦੇ ਆ। ਸੋ ਇੱਥੋਂ ਦਾ ਕਲਚਰ ਜਿਹੜਾ, ਇਟ ਹੈਜ਼ ਮੋਰ ਗੁੱਡ ਥਿੰਗਸ ਦੈਨ ਦੇयर ਆਰ in our culture। ਹਾਂਜੀ, ਅਮਰੀਕ ਸਿੰਘ ਜੀ, ਇਹ ਇਸੇ ਤਰ੍ਹਾਂ ਦਾ ਕੁਐਸਚਨ ਇੱਕ ਵਾਰੀ ਗੁਰੂ ਨਾਨਕ ਨੂੰ ਪੁੱਛਿਆ, ਹਿੰਦੂਆਂ ਨੇ ਤੇ ਮੁਸਲਮਾਨਾਂ ਨੇ ਵੀ, ਇਹਨਾਂ ਚੋਂ ਕਿਹੜਾ ਚੰਗਾ? ਹਾਂਜੀ, ਗੁਰੂ ਗੋਬਿੰਦ ਸਿੰਘ ਨੂੰ। ਹਾਂਜੀ, ਗੁਰੂ ਗੋਬਿੰਦ ਸਿੰਘ ਨੂੰ ਪੁੱਛਿਆ, ਗੁਰੂ ਨੂੰ ਪੁੱਛਿਆ, ਬਟ ਉਹਨਾਂ ਦਾ ਜਵਾਬ ਇਹ ਸੀਗਾ ਵੀ ਬਾਕੀ ਸਾਰੇ ਠੀਕ ਠਾਕ ਹੈ, ਜਿਹੜਾ ਗਿਆਨੀ ਆ ਉਹ ਕਿਸੇ ਧਰਮ ਚੋਂ ਵੀ ਹੋਵੇ, ਉਹ ਸਭ ਤੋਂ ਸਿਆਣਾ। ਇਸੇ ਤਰ੍ਹਾਂ ਇਹਨਾਂ ਦੋਹਾਂ ਕਲਚਰਾਂ ਦੇ ਵਿੱਚੋਂ ਜਿਹੜਾ ਬੰਦਾ ਵੀ ਚੰਗੇ ਕੰਮ ਕਰਦਾ, ਉਹਦਾ ਉਹ ਕਲਚਰ ਆ, ਉਹ ਕਲਚਰ 'ਚ ਵਧੀਆ। ਦੂਸਰੇ ਦੇ ਵਿੱਚ ਮਾੜਾ ਕੰਮ ਕਰਦਾ, ਭਾਵੇਂ ਜਿੰਨਾ ਮਰਜ਼ੀ ਚੰਗਾ ਕਹਾਉਂਦਾ ਹੋਵੇ ਆਪਣੇ ਆਪ ਨੂੰ, ਜੇ ਉਹ ਕੰਮ ਮਾੜਾ ਕਰਦਾ ਤਾਂ ਮਾੜਾ ਕਲਚਰ ਦੇ ਗਿਆ ਅੱਗੇ। ਜਿੱਦਾਂ ਤੁਸੀਂ ਪਹਿਲਾਂ ਕਿਹਾ ਹੁਣੀ ਪੇਰੈਂਟਸ ਦੇ, ਮੈਂ ਪਹਿਲਾਂ ਹੀ ਕਹਿੰਦਾ ਹੁੰਦਾ ਸਾਰੇ ਲੋਕਾਂ ਨੂੰ, ਸਾਡੇ ਦੋ ਤਰ੍ਹਾਂ ਦੇ ਪੇਰੈਂਟਸ ਆ। ਇੱਕ ਮੈਂ ਪੇਰੈਂਟ ਆ ਹੁਣ, ਇੱਕ ਮੇਰੇ ਪੇਰੈਂਟਸ ਸੀ। ਜਿਹੜੇ ਮੇਰੇ ਪੇਰੈਂਟਸ ਸੀਗੇ ਉਹ ਅਨਪੜ੍ਹ ਸੀਗੇ, ਮੇਰੀ ਜ਼ਿੰਮੇਵਾਰੀ ਆ ਗਈ ਹੁਣ। ਇੱਥੇ ਅਸੀਂ ਆਉਨੇ ਆ, ਅਸੀਂ ਪੇਰੈਂਟ ਨੂੰ ਇਕੱਲੇ ਰੱਖ ਸਕਦੇ ਆ। ਜਿੱਦਾਂ ਅਮਰੀਕ ਸਿੰਘ ਉਹਨਾਂ ਨੇ ਕਿਹਾ, ਅਮਰੀਕ ਸਿੰਘ ਇਕੱਲਾ ਰਹਿ ਸਕਦਾ ਆਪਦੇ ਬੱਚਿਆਂ ਤੋਂ ਬਿਨਾਂ, ਮੈਂ ਇਕੱਲਾ ਰਹਿ ਸਕਦਾ ਆਪਦੇ ਬੱਚਿਆਂ ਤੋਂ ਬਿਨਾਂ, ਪਰ ਸਾਡੇ ਪੇਰੈਂਟ ਨਹੀਂ ਰਹਿ ਸਕਦੇ ਸੀ। ਨਹੀਂ ਸੀ ਰਹਿ ਸਕਦੇ, ਆ ਸਰਕਮਸਟੈਂਸਸ ਨੇ। ਮੈਂ ਵੀ ਨਹੀਂ ਰਹਿ ਸਕਦਾ। ਹਾਂਜੀ, ਨਹੀਂ ਰਹਿ ਸਕਦੇ ਆ, ਫਿਰ ਵੀ ਰਹਿ ਸਕਦੇ ਆ। ਤੁਹਾਡੇ ਕੋਲ ਲੈਂਗੁਏਜ ਆ, ਤੁਹਾਡੇ ਕੋਲ ਮਨੀ ਪਾਵਰ ਆ। ਗੈਰੀ ਜੀ ਮੈਂ ਇੱਕ ਪੁਆਇੰਟ ਕਹਿਣਾ ਹੈ। ਬੋਲੋ। ਕਿ ਕਲਚਰ ਕੀ ਹੈ? ਸਪੋਜ਼ ਤੁਸੀਂ ਐਜ਼ ਇੰਡੀਵਿਜੂਅਲ ਹੋ, ਤੁਹਾਡੇ ਗ੍ਰੈਂਡਸਨਸ ਹੈ, ਤੁਹਾਡੇ ਬੱਚੇ ਹੈ, ਤੁਸੀਂ ਉਹਨਾਂ ਨੂੰ ਗਰੋਥ ਹੁੰਦੇ ਦੇਖਦੇ ਹੋ, ਯਾਰ ਇਹ ਬੱਚਾ ਮੇਰਾ ਮੈਡੀਕਲ 'ਚ ਜਾ ਰਿਹਾ ਹੈ, ਇਹ ਮੇਰਾ ਗ੍ਰੈਂਡਸਨ ਵਧੀਆ ਪੜ੍ਹ ਰਿਹਾ ਹੈ। ਦਿਸ ਇਜ਼ ਕਲਚਰ। ਅਮਰੀਕਾ ਦੇ ਅੰਦਰ ਵੀ ਕੀ ਹੈ ਕਿ ਮੈਂ ਕਈ ਵਾਰੀ ਨਾ ਸਟੋਰ 'ਚ ਦੇਖਿਆ, ਜਿਹੜੇ ਬਜ਼ੁਰਗ ਨੇ ਨਾ ਉਹ ਗ੍ਰੈਂਡਸਨ ਨੂੰ ਲਿਆਂਦੇ ਨੇ, ਉਹਨੂੰ ਉਹ ਚਾਕਲੇਟ ਵਗੈਰਾ ਦਿਲਾਉਂਦੇ ਨੇ। ਦਿਸ ਇਜ਼ ਕਲਚਰ। ਕੋਸ਼ਿਸ਼ ਕਰਦਾ ਰਹਿਣਾ, ਅਮਰੀਕ ਜੀ ਨਾਲ ਮੈਂ ਡਿਸਕਸ਼ਨ ਕਾਫੀ ਕਦੇ ਕਰਦਾ ਹੁੰਦਾ, ਬਜਿੰਦਰ ਜੀ ਨਾਲ ਵੀ। ਆਈ ਹੈਵ ਸੀਨ, ਆਈ ਟਰਾਈ ਟੂ ਹੈਲਪ ਲੋਟ ਆਫ ਪੀਪਲ ਜਿਹੜੇ ਦੇਖੋ, ਜਿਵੇਂ ਹਰਭਜਨ ਨੇ ਕਿਹਾ, ਜੇ ਮੈਨੂੰ ਆ ਪਸ਼ੌਰਾ ਸਿੰਘ ਜਾਂ ਤੁਸੀਂ ਹੋ ਜਾਂ ਆਹ ਜੋ ਸੰਦੂ ਸਰਕਮਸਟੈਂਸਸ ਦਾ ਕੋਈ ਗੱਲ ਨਹੀਂ, ਜਿੱਥੇ ਤੁਹਾਡੀ ਬਣਦੀ ਆ ਦੱਬੀ ਚੱਲੋ। ਕਈ ਅੰਡਰ ਅਸੀਂ ਇੰਨਾ ਫੋਰਸਫੁਲੀ ਤੰਗ ਕਰਦੇ ਆ, ਜਦ ਕਿ ਅਸੀਂ ਜਦ ਦੇਖੀਏ ਵੀ ਕੰਮ ਖਰਾਬ ਹੋ ਗਿਆ। ਮੈਂ ਖੀਰ ਨੂੰ ਕਹਿੰਦਾ ਹੁੰਦਾ ਉਹਨਾਂ ਦੇ ਪੇਰੈਂਟਸ ਨੂੰ, ਫੈਮਿਲੀ ਨੂੰ, ਮੈਂ ਕਿਹਾ ਦੇਖੋ ਤੁਸੀਂ ਡਿਵੋਰਸ ਕਰਾ ਕੇ ਜਾਓਗੇ, ਜਾਣਾ ਕਿ ਨਹੀਂ ਜਾਣਾ? ਦੈਟਸ ਰਾਈਟ। ਤੇ ਤੁਸੀਂ ਜਦੋਂ ਇੰਨੀ ਲੜਾਈ ਹੋ ਜਾਂਦੀ ਆ, ਉਹਨਾਂ ਕੁੜੀਆਂ ਨੇ ਸੁਸਾਈਡ ਕੀਤਾ, ਆਪਣੇ ਗਲੇ 'ਚ ਪਾਏ ਨੇ। ਅਸੀਂ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਦੇਖ ਲਈ, ਅਸੀਂ ਕਹੇ ਕਲਚਰ ਬੜਾ ਚੰਗਾ ਜੀ, ਮੈਂ ਤਾਂ ਰੱਖਣੇ ਹੀ ਰੱਖਣੇ ਆ, ਕਰਨੇ। ਜਦੋਂ ਤੁਹਾਡੇ ਕੋਲੇ ਪਾਵਰ ਆ, ਤੁਹਾਨੂੰ ਪੈਨਸ਼ਨ ਮਿਲਦੀ ਆ, ਅਸੀਂ ਪੜ੍ਹੇ ਲਿਖੇ ਆ, ਐਜੂਕੇਸ਼ਨ, ਅਸੀਂ ਕਹਿੰਦੇ ਜਾਂ ਭਾਜਾ ਮੁੰਡਿਆ ਕੁੜੀ, ਜਾਂ ਭਾਜਾ ਵੀ ਇੰਜੋਏ ਕਰੋ, wherever you want to live together, that's fine। ਇਹ ਕਲਚਰ ਨਹੀਂ, ਆਪਾਂ ਪੇਰੈਂਟਸ ਦੀ ਜ਼ਰੂਰ ਮਦਦ ਕਰਨੀ ਆ, ਅਸੀਂ ਕੀਤੀ ਆ ਹੁਣ ਤੱਕ, ਪਰ ਸਰਕਮਸਟੈਂਸ, ਜਿਵੇਂ ਅਮਰੀਕ ਸਿੱਧੂ ਨਾਲ ਸੀ ਮੈਂ ਗੱਲਾਂ ਕਰਾਂ, ਸਾਡੇ ਦਾਇਰੇ ਦੇ ਵਿੱਚ ਸਾਰੇ ਬੰਦੇ ਕੋਸ਼ਿਸ਼ ਕਰਦੇ ਆ ਵੀ ਜੇ ਗੜਬੜ ਹੁੰਦੀ ਆ ਨਾ, ਖਿਸਕ ਜਾਓ, ਟਾਈਮ ਬਚਾ ਲਓ, ਇਹ ਜਿਹਾ ਕੰਮ ਨਾ ਕਰ ਦਈਏ ਵੀ ਉਹਨਾਂ ਨੂੰ ਲੱਗ ਕਰਕੇ ਫਿਰ ਲੋਕ ਕਹਿਣ ਵੀ ਹੁਣ ਵੀ ਇਦਾਂ ਹੀ ਆ, ਕੋਲੇ ਲੈ ਕੇ ਆ ਗਿਆ ਮੁੰਡੇ ਨੂੰ ਆਪਦੇ ਨੂੰ, ਤਾਂ ਹੁਣ ਸਾਂਭੀ ਬੈਠੇ ਨੂੰ।
ਇਟ ਇਜ਼ ਹੈਪਨਿੰਗ। ਜਿਸ ਹਾਂਜੀ। ਬੰਦੇ ਨੇ ਮਾਂ ਪਿਓ ਨੇ ਕੁੜੀ ਦੇ ਵਿੱਚ ਪੰਗੇ ਲਏ ਨੇ, ਜਿਸ ਮਾਂ ਪਿਓ ਨੇ ਮੁੰਡੇ 'ਚ ਪੰਗੇ ਲਏ ਆ, ਉਹਨਾਂ ਦੇ ਡਿਵੋਰਸ ਮੈਕਸਿਮਮ ਹੋ ਰਹੇ ਆ ਟੂਡੇ, ਹੋਣੀ ਅੰਡਰਸਟੈਂਡ ਹੁੰਦੇ ਦੇਖੇ ਆ। ਹੋ ਰਹੇ ਨੇ ਰੋਜ਼, ਉਹ ਟੰਡ ਠੀਕ ਹੋ ਗੱਲ ਰਹੇ ਹੈ ਆ, ਵਨਕੋਵਰ 'ਚ ਹੋ ਰਹੇ ਆ। ਸਿਆਣਾ ਬੰਦਾ ਚੁੱਪ ਕਰਕੇ ਬੋਰੀ ਬਿਸਤਰਾ ਲੈ ਜਾਂਦਾ, ਇੰਡੀਆ ਚਲੇ ਜਾਊਗਾ ਜਾਂ ਉੱਥੇ ਪਰੇ ਰਹਿਣ ਲੱਗ ਜੂਗਾ ਜੇ ਹੋਊਗਾ। ਇੰਡੀਆ 'ਚ ਵੀ ਲੋਕ ਕਹਿ ਰਹੇ ਆ ਕਿ ਸਾਡਾ ਕਲਚਰ, ਸਾਡਾ ਇੰਡੀਆ ਨੰਬਰ 1 ਆ, ਸਾਡਾ ਦਿਮਾਗ ਬਹੁਤ ਚੱਲਦਾ ਕੰਪਿਊਟਰਾਂ 'ਚ, ਅਸੀਂ ਦੁਨੀਆ ਨੂੰ ਕੰਟਰੋਲ ਕਰ ਸਕਦੇ ਆ, ਸਾਡਾ ਕਲਚਰ ਬਹੁਤ ਵਧੀਆ। ਮੈਂ ਇਸ ਚੀਜ਼ ਨੂੰ ਕੰਡੈਮ ਕਰ ਰਿਹਾ। ਵੀ ਆਰ ਦਾ ਵਰਸਟ ਪੀਪਲ ਲਾਈਕ ਦਿਸ। ਚਾਈਨਾ ਕਿਤੇ ਪਹੁੰਚ ਗਿਆ, ਕਲਚਰ 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 ਕਲਚਰ, ਤੁਸੀਂ ਬੇਵਕੂਫ ਬਣਾਉਣ ਲੱਗੇ ਹੋਏ ਹੋ। ਤਾਂ ਇਹ ਬਹੁਤ ਵਧੀਆ ਹੈਗਾ। ਹੁਣ ਪ੍ਰੈਕਟੀਕਲੀ ਕਿੰਨੇ ਲੋਕਾਂ ਨੇ ਅਪਣਾ ਕੇ ਕਲਚਰ ਨੂੰ ਚੇਂਜ ਕਰਨਾ, ਲੋਕੀ ਇਹਨੂੰ ਕਿੱਧਰਲੇ ਪਾਸੇ ਸੋਚ ਕੇ ਲੈ ਕੇ ਜਾਂਦੇ ਆ। ਜੇ ਕਲਚਰ ਬਚਿਆ ਤਾਂ ਇੰਡੀਵਿਜੂਅਲੀ ਇੰਡੀਪੈਂਡੈਂਟਲੀ ਬਚਿਆ ਹੋਇਆ। ਹਾਂਜੀ ਅਮਰੀਕ ਸਿੱਧੂ ਜੀ, ਜਿਹੜਾ ਅਮਰੀਕਨ ਕਲਚਰ ਹੈ, it's a different culture than England, France, Germany, Belgium, Holland। ਉਹ ਇੰਡੀਵਿਜੂਅਲਸ ਹੈਗੇ ਆ। ਇੱਥੇ ਮਲਟੀ ਕਲਚਰਲ ਹੋ ਗਿਆ। ਇੱਥੋਂ ਦਾ ਜਿਹੜਾ ਕਲਚਰਲ ਡਿਵੈਲਪ ਹੋਣਾ, ਇਹ ਮੈਨੂੰ ਲੱਗਦਾ ਕਿ ਮਚ ਬੈਟਰ ਹੋਏਗਾ। I think American culture will have more influence globally than any other। ਕਿਆ ਬਾਤ, ਬਿਊਟੀਫੁਲ। ਪੁਸ਼ਾਰਾ ਸਿੰਘ ਜੀ ਰੈਪ ਅਪ ਕਰਦੇ 1 ਮਿੰਟ ਦੇ ਵਿੱਚ, ਵਧੀਆ ਕਰਦੇ ਹੋ। ਮੈਂ ਤਾਂ ਸਮਰਾ ਸਾਹਿਬ ਨੇ ਉਹ ਕੋਟ ਕੀਤਾ ਸੀ, ਮੈਨੂੰ ਉਹ ਪੂਰੀ ਕੋਟੇਸ਼ਨ ਤਾਂ ਯਾਦ ਨਹੀਂ ਤੋਂ ਕੀ ਹੈ ਸ਼ਬਦ ਦੀ, ਪਰ ਉਹ ਗੁਰੂ ਸਾਹਿਬ ਨੂੰ ਜਦੋਂ ਕਿਸੇ ਨੇ ਪੁੱਛਿਆ ਸੀ ਕਿ ਬਾਬੇ ਨੂੰ ਕਿ ਬਾਬਾ ਵੀ ਇਹ ਹਿੰਦੂ ਚੰਗਾ ਕਿ ਮੁਸਲਮਾਨ ਹੋਈ, ਤੇ ਉਹਨਾਂ ਬਾਬੇ ਨੇ ਆਖਿਆ ਵੀ ਸ਼ੁਭ ਕਰਮਾਂ ਬਾਝੋਂ ਦੋਨੇ ਰੋਈ। ਇਹ ਇੰਡੀਅਨ ਕਲਚਰ ਆ ਭਾਵੇਂ ਵੈਸਟਰਨ ਕਲਚਰ ਆ। ਜੇ ਸ਼ੁਭ ਕਰਮਨ ਜੇ ਕੰਮ ਜਿਹੜੇ ਆ ਨਾ, ਜਿਹਦਾ ਟੌਪਿਕ ਦਾ ਜਿਹੜਾ ਕਨਕਲੂਜਨ ਇਹ ਹੋਇਆ ਵੀ ਲਰਨ ਫਰੋਮ ਟੇਕ ਦੀ, ਜੇ ਤੁਸੀਂ ਪੋਜ਼ਿਟਿਵ ਚੀਜ਼ਾਂ ਲਓਗੇ ਤੇ ਤੁਹਾਨੂੰ ਪੋਜ਼ਿਟਿਵ ਮਿਲਣਗੀਆਂ ਦੋਵਾਂ ਚੋਂ। if you are looking for holes, you will end up with having lot of holes। So the challenge here is to get the good side of it and get the potential and mix it, match it and go forward। ਓਕੇ, ਥੈਂਕ ਯੂ ਜੀ। ਮੈਂ ਇਸ ਤਰੀਕੇ ਨਾਲ ਸੋਚ ਰਿਹਾ ਕਿ ਸਾਡਾ ਕਲਚਰ ਬਹੁਤ ਵਧੀਆ ਹੈਗਾ ਜੇ ਅਸੀਂ ਆਪਣੇ ਬਜ਼ੁਰਗਾਂ ਵਾਂਗੂ ਐਕਟ ਕਰੀਏ ਉਹਦੇ ਉੱਪਰ। ਅਸੀਂ ਮਟੀਰੀਅਲਿਸਟਿਕ ਹੋ ਚੁੱਕੇ ਹਾਂ, ਰੇਸ ਲੱਗੀ ਆ ਵਰਲਡ ਦੇ ਵਿੱਚ ਮਨੀ ਵਾਈਜ਼, ਇਸ ਕਰਕੇ ਤੇ ਅਸੀਂ ਟੂ ਫੇਸਿਸ ਹੋ ਚੁੱਕੇ ਹਾਂ। ਇਹ ਮੈਨੂੰ ਕਦੇ ਕਦੇ ਬੱਚਿਆਂ ਦੇ ਸਾਹਮਣੇ ਚੈਲੰਜ ਬਹੁਤ ਮਿਲਦਾ। ਅਸੀਂ ਟੂ ਫੇਸਿਸ ਦੇ ਜਦੋਂ ਕੰਮ ਕਰਦੇ ਆ ਨਾ, ਥੋੜਾ ਜਿਹਾ ਅਸੀਂ ਆਪਦੀ ਗਰਾਊਂਡ ਲੂਜ਼ ਕਰਦੇ ਹਾਂ, ਸਾਡਾ ਕਲਚਰ ਵੀ ਫਿਰ ਉਹ ਬਦਨਾਮ ਹੋ ਰਿਹਾ ਹੈਗਾ। ਜਿਹੜੇ ਅਮਰੀਕਨ ਲੋਕ ਨੇ, ਇਹਨਾਂ ਦੇ ਬੱਚੇ ਦੇਖ ਲਓ, ਜਿਹੜਾ ਇੰਡੀਆ ਤੋਂ ਬੱਚਾ ਆਇਆ ਡਿਫਰੈਂਟ ਹੋਏਗਾ, ਸਾਡਾ ਬੱਚਾ ਇੱਥੇ ਦਾ ਡਿਫਰੈਂਟ ਹੋਏਗਾ। ਜੇ ਉਹਨੇ ਚਲਾਕੀ ਨਾਲ ਗੱਲ ਕਰਨੀ ਹੈ, ਇੱਥੇ ਵਾਲੇ ਨੇ ਸਿੱਧੀਆਂ ਜਿਹੀਆਂ ਗੱਲਾਂ ਕਰਨੀਆਂ। ਸੋ ਇਸ ਕਰਕੇ ਸਾਨੂੰ ਇਹ ਨਹੀਂ ਵੀ ਸਾਡਾ ਕਲਚਰ ਮਾੜਾ ਹੈਗਾ, ਪਰ ਕੀ ਅਸੀਂ ਐਕਟ ਕਰਦੇ ਹਾਂ, ਕੀ ਅਸੀਂ ਇਹਨੂੰ ਐਕਸ਼ਨ ਕਰਦੇ ਹਾਂ। ਅਸੀਂ ਟੂ ਫੇਸਿਸ ਹੋਣ ਕਰਕੇ ਸਾਡਾ ਕਲਚਰ ਆ ਜਿਹੜਾ ਮੈਨੂੰ ਬਹੁਤ ਚੰਗਾ ਨਹੀਂ ਲੱਗਦਾ ਬਹੁਤਾ। ਇਸ ਕਰਕੇ ਮੈਂ ਅਮਰੀਕਨ ਵੇ ਨੂੰ ਫਾਲੋ ਜ਼ਿਆਦਾ ਕਰਦਾ, ਕਿਉਂਕਿ ਇਟ ਗੇਵ ਮੀ ਸੋ ਮੈਨੀ ਥਿੰਗਸ ਇਨ ਮਾਈ ਲਾਈਫ। ਥੈਂਕ ਯੂ ਵੈਰੀ ਮਚ ਜੀ।